स्वागत। देश विदेश में बैठे सारे दर्शकों का बहुत बहुत स्वागत करते हैं उन्होंने अपने प्रोग्राम गल्लां ते गीत दे विच। मैं मेघा जे कैंसर की गल करिए तो अज दे दिन पूरे विश्व दे विच कैंसर की गल हो रही है क्योंकि अज वर्ल्ड कैंसर डे है। तो अज के समय दे विच कहना गलत होएगा कि कैंसर एक ला इलाज बीमारी है, क्योंकि साइंस की तरक्की दे नाल बहुत सारी ऐसी टेक्निक्स या मैडिसिन हुण साडे कोल ने जिहदे नाल कैंसर दा हुण पूरी तरह इलाज संभव है। पर दुखदाई गल ये है कि बहुत सारे लोग अज भी कैंसर तो जंग हार जाते हैं। पर एक चंगी गल ये है कि कैंसर तो जंग हारन वालियां दी गिनती हुण लगातार घट रही है। गल फिर उत्थे आ जाती है कि हारदा उही है जो लड़दा नहीं, क्योंकि मनुख दे हौसले तो वड्डी कोई ताकत नहीं। कैंसर की गल हो रही है तो वर्ल्ड कैंसर डे ते गलबात करने लई स्टूडियो दे विच बहुत बहुत स्वागत करते हैं डॉक्टर अर्चना दत्ता जी का। डॉक्टर अर्चना दत्ता जी सीनियर कंसलटेंट ऑनकोलॉजिस्ट ने पिम्स हॉस्पिटल तो बहुत बहुत इन्हां दा स्वागत करते हैं। कैंसर के रोगों के माहिर ने। सत श्री अकाल जी। प्रोग्राम की शुरुआत करते हैं जिस तरह वर्ल्ड कैंसर डे अज पूरे विश्व दे विच इस विषय पर चर्चा हो रही है तो असी भी इस विषय को लैके गलबात कर रहे हैं। जागरूकता लियान की जी कोशिश की जा रही है। कदों तो ये जो दिन है वर्ल्ड कैंसर डे मनाया जान लगा तो क्यों मनाया जाता है? ओके देखो 4 फरवरी अजकल वर्ल्ड कैंसर डे मनाया जा रहा है जी। ये सन 2000 ਦੇ ਵਿੱਚ एक मीटिंग हुई ਸੀਗੀ। ਉਹਦੇ ਵਿੱਚ ਦੇਖਿਆ ਗਿਆ ਸੀਗਾ ਕਿ ਵਰਲਡ ਕੈਂਸਰ ਡੇ ਸਾਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਹੈ ਬਿਕੋਜ਼ ਇਹ ਬਿਮਾਰੀ ਹੁਣ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਵਾਸਤੇ ਜਾਗਰੂਕਤਾ ਹੋਣਾ ਬਹੁਤ ਜ਼ਰੂਰੀ ਹੈ। ਇਹਦੇ ਵਾਸਤੇ ਕੁਝ ਸਟ੍ਰੈਟਜੀ ਬਣਾਉਣੀ ਚਾਹੀਦੀ ਹੈ। ਇਹਦੇ ਵਾਸਤੇ ਕੁਝ ਸਕਰੀਨਿੰਗ ਟੈਸਟ ਹੋਣੇ ਚਾਹੀਦੇ ਹੈ, ਪ੍ਰੀਵੈਂਸ਼ਨ ਦੇ ਮੈਜਰਸ ਹੋਣੇ ਚਾਹੀਦੇ ਹੈ ਤਾਂ ਕਿ ਇਹ ਤੇਜ਼ੀ ਨਾਲ ਨਾ ਵਧੇ। ਇਸ ਕਰਕੇ ਪੈਰਿਸ ਦੇ ਵਿੱਚ ਜਿਹੜੀ ਮੀਟਿੰਗ ਹੋਈ ਸੀਗੀ ਉਹਦੇ ਵਿੱਚ ਸਾਡੀ ਇੱਕ ਆਰਗੇਨਾਈਜੇਸ਼ਨ ਹੈ UICC, ਉਹਨਾਂ ਨੇ ਇਹ 4 ਫਰਵਰੀ ਦਾ ਡੇ ਵਰਲਡ ਕੈਂਸਰ ਡੇ ਸੈਲੀਬ੍ਰੇਟ ਕਰਨ ਵਾਸਤੇ ਸਾਨੂੰ ਦਿੱਤਾ ਸੀਗਾ ਜੀ। ਤੇ ਜਿਸ ਤਰ੍ਹਾਂ ਥੀਮ ਤੇ ਕੰਮ ਕੀਤਾ ਜਾਂਦਾ ਹੈ ਤੇ 2023 ਦੀ ਜੇ ਵਰਲਡ ਕੈਂਸਰ ਡੇ ਦੀ ਥੀਮ ਦੀ ਗੱਲ ਕਰੀਏ ਤਾਂ ਉਹ ਕੀ ਹੈ? ਲਗਾਤਾਰ 2 ਵਰਸ਼ਾਂ ਤੋਂ ਉਹਨਾਂ ਨੇ ਇੱਕੋ ਹੀ ਥੀਮ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਤੁਸੀਂ ਕਲੋਜ਼ ਦਾ ਕੇਅਰ ਗੈਪ। ਇਹਦਾ ਮਤਲਬ ਹੈ ਕਿ ਸਪੈਸ਼ਲੀ ਕੰਟਰੀਜ਼ ਜਿੱਦਾਂ ਇੰਡੀਆ ਹੋ ਗਈ, ਅਫਰੀਕਾ ਹੋ ਗਈ ਹੈ ਨਾ, ਜਿਨ੍ਹਾਂ ਦੇ ਰਿਸੋਰਸਿਸ ਇੰਨੇ ਜ਼ਿਆਦਾ ਨਹੀਂ ਹੈਗੇ, ਪੇਸ਼ੈਂਟਸ ਜਿਹੜੇ ਨੇ ਉਹਨਾਂ ਨੂੰ ਕੇਅਰ ਆਰਾਮ ਨਾਲ ਮਿਲੇ, ਜਲਦੀ ਮਿਲੇ, ਨੇੜੇ ਮਿਲੇ ਤੇ ਪੂਰੇ ਤਰੀਕੇ ਨਾਲ ਮਿਲੇ। ਇਹ ਉਹਨਾਂ ਦਾ ਮੇਨ ਪਰਪਸ ਹੈ ਜੀ। ਤੇ ਕੈਂਸਰ ਦੀ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਹਾਂ ਤੇ ਕੋਸ਼ਿਸ਼ ਹੈ ਕਿ ਪ੍ਰੋਗਰਾਮ ਰਾਹੀਂ ਲੋਕਾਂ ਨੂੰ ਜਾਗਰੂਕ ਕਰੀਏ ਤੇ ਇਹ ਵੀ ਨਾਲ ਹੀ ਤੁਹਾਡੇ ਤੋਂ ਜਾਣਦੇ ਹਾਂ ਕਿ ਕੈਂਸਰ ਜਿਹੜੇ ਉਹ ਕਿੰਨੀ ਤਰ੍ਹਾਂ ਦੇ ਹੁੰਦੇ ਨੇ। ਕੈਂਸਰ ਦੇਖੋ ਇੱਦਾਂ ਹੈ ਕਿ ਅਸੀਂ ਡਿਵਾਈਡ ਕਰਦੇ ਹਾਂ ਕੈਂਸਰਸ ਨੂੰ ਬੋਡੀ ਦੇ ਵਿੱਚ ਜਿੰਨੇ ਪਾਰਟਸ ਨੇ ਉਹਦੇ ਵਿੱਚ ਕੈਂਸਰ ਹੋ ਸਕਦਾ ਹੈ ਜੀ ਜੀ। ਠੀਕ ਹੈ, ਸਿਰ ਤੋਂ ਲੈ ਕੇ ਪੈਰ ਤੱਕ ਹਰ ਏਰੀਆ ਦੇ ਵਿੱਚ ਕੈਂਸਰ ਡਿਵੈਲਪ ਕਰ ਸਕਦਾ ਹੈ। ਕੈਂਸਰ ਹੈ ਕੀ ਹੈ? ਬੇਸਿਕਲੀ ਕੈਂਸਰ ਹੈ ਕਿ ਜਿਹੜੇ ਤੁਹਾਡੇ ਸੈੱਲ ਨੇ ਉਹ ਐਬਨੋਰਮਲ ਗਰੋ ਕਰਨ ਲੱਗ ਪੈਂਦੇ ਹੈ। ਆਮ ਤੌਰ ਤੇ ਜਿਹੜੇ ਕੈਂਸਰ ਹੁੰਦੇ ਹੈ ਉਹ ਜਿੱਦਾਂ ਤੁਸੀਂ ਸੁਣਿਆ ਹੋਣਾ ਛਾਤੀ ਦਾ ਕੈਂਸਰ, ਫੇਫੜੇ ਦਾ ਕੈਂਸਰ, ਆਂਤੜੀਆਂ ਦਾ ਕੈਂਸਰ, ਇਹ ਸਾਰੇ ਅਸੀਂ ਕਹਿੰਦੇ ਆ ਸੋਲਿਡ ਟਿਊਮਰਸ। ਦੂਜੇ ਕੈਂਸਰ ਜਿਹੜੇ ਹੁੰਦੇ ਆ ਟਾਈਪ ਉਹ ਹੁੰਦੇ ਆ ਹੈਮਾਟੋਲੋਜੀਕਲ ਮੈਲਿਗਨੈਂਸੀਜ਼, ਜਿੱਦਾਂ ਕਿ ਬਲੱਡ ਕੈਂਸਰ ਜੀ ਹੈ ਨਾ, ਜਿਹੜੇ ਲਿਕੁਇਡ ਸਾਡੇ ਬਾਡੀ ਦੇ ਵਿੱਚ ਫਲੋ ਕਰ ਰਿਹਾ ਉਹਦਾ ਕੈਂਸਰ, ਉਹਨੂੰ ਅਸੀਂ ਕਹਿੰਦੇ ਆ ਬਲੱਡ ਕੈਂਸਰ। 2 ਮੇਨ ਕੈਟੇਗਰੀਜ਼ ਇਸ ਕਰਕੇ ਬਣਾਈਆਂ ਗਈਆਂ, ਸੋਲਿਡ ਟਿਊਮਰਸ ਤੇ ਹੈਮਾਟੋਲੋਜੀਕਲ ਮੈਲਿਗਨੈਂਸੀਜ਼। ਤੇ ਬਾਡੀ ਦੇ ਵਿੱਚ ਜਿੰਨੇ ਆਰਗਨਸ ਹੈਗੇ ਹਰ ਇੱਕ ਦੇ ਵਿੱਚ ਕੈਂਸਰ ਜਿਹੜਾ ਹੈ ਉਹ ਬਣ ਸਕਦਾ ਹੈ ਜੀ। ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਜਿਵੇਂ ਬ੍ਰੈਸਟ ਕੈਂਸਰ ਤੇ ਔਰਤਾਂ ਦੇ ਵਿੱਚ ਹੋਣ ਵਾਲੇ ਕੈਂਸਰ ਦੀ ਪਹਿਲੇ ਗੱਲ ਕਰਦੇ ਹਾਂ ਕਿ ਕਿਹੜੇ ਜਿਹੜੇ ਕੈਂਸਰ ਹੈ ਉਹ ਔਰਤਾਂ ਨੂੰ ਹੋ ਜਾਂਦੇ ਨੇ, ਪਹਿਚਾਣ ਇਹਦੀ ਜਲਦੀ ਤੋਂ ਜਲਦੀ ਕਿਵੇਂ ਹੋ ਸਕਦੀ ਹੈ? ਬਹੁਤ ਜ਼ਰੂਰੀ ਹੈ ਬਿਕੋਜ਼ ਔਰਤਾਂ ਯੂਜਲੀ ਇੰਡੀਆ ਦੇ ਵਿੱਚ ਆਪਣੇ ਆਪ ਨੂੰ ਨਿਗਲੈਕਟ ਕਰ ਲੈਂਦੀਆਂ। ਜੇ ਕਿਸੇ ਵੀ ਔਰਤ ਨੂੰ ਆਪਣੀ ਛਾਤੀ ਦੇ ਵਿੱਚ ਕੋਈ ਗਿਲਟੀ ਮਹਿਸੂਸ ਹੋ ਰਹੀ ਹੈ ਉਹ ਜਲਦੀ ਤੋਂ ਜਲਦੀ ਸਾਡੇ ਕੋਲ ਆਏ ਜੀ। ਜ਼ਿਆਦਾਤਰ ਉਹਨਾਂ ਦੀ ਇਹ ਕੰਪਲੇਂਟ ਹੁੰਦੀ ਹੈ ਕਿ ਗਿਲਟੀ ਜਿਹੜੀ ਹੈ ਹੈਗੀ ਹੈ ਬਟ ਕੋਈ ਦਰਦ ਨਹੀਂ ਕਰ ਰਹੀ। ਈਵਨ ਜੇ ਗਿਲਟੀ ਦਰਦ ਨਹੀਂ ਕਰ ਰਹੀ ਤਾਂ ਵੀ ਤੁਸੀਂ ਸਾਡੇ ਕੋਲ ਆਓ, ਅਸੀਂ ਉਹਨੂੰ ਟੈਸਟ ਕਰਾਂਗੇ, ਤੁਹਾਨੂੰ ਦੱਸਾਂਗੇ ਕਿ ਇਹ ਗਿਲਟੀ ਹਾਰਮੋਨ ਦੀ ਗਿਲਟੀ ਹੈ, ਨਾਰਮਲ ਗਿਲਟੀ ਹੈ ਕਿ ਇਹ ਕੈਂਸਰ ਦੀ ਗਿਲਟੀ ਜੀ। ਕਿਉਂਕਿ ਜੇ ਇਸ ਸਟੈਪ ਨੂੰ ਅਸੀਂ ਨਹੀਂ ਪਕੜਦੇ, ਲੇਟ ਹੋ ਜਾਂਦੇ ਹਾਂ, ਫਿਰ ਕੈਂਸਰ ਜਿਹੜਾ ਹੈ ਉਹਦੀ ਸਟੇਜ ਜਿਹੜੀ ਹੈ ਉਹ ਵੱਧ ਜਾਂਦੀ ਹੈ। ਫਿਰ ਸਟੇਜ 4 ਦੇ ਵਿੱਚ ਜਦੋਂ ਪੇਸ਼ੈਂਟ ਸਾਡੇ ਕੋਲ ਆਉਂਦਾ ਹੈ
ਤੇ ਉਹਨੂੰ ਇੱਕ ਤਾਂ ਟ੍ਰੀਟਮੈਂਟ ਵੀ ਜ਼ਿਆਦਾ ਚਾਹੀਦਾ ਹੈ, ਇਲਾਜ ਦੇ ਵਿੱਚ ਖਰਚਾ ਵੀ ਜ਼ਿਆਦਾ ਹੁੰਦਾ ਹੈ, ਟ੍ਰੀਟਮੈਂਟ ਦੇ ਰਿਜ਼ਲਟਸ ਵੀ ਘੱਟ ਰਹਿੰਦੇ ਹੈ। ਇਹੀ ਪਰਪਸ ਹੈ ਇਹ 4 ਫੈਬਰਰੀ ਦਾ ਜਿਹੜਾ ਅਵੇਅਰਨੈਸ ਡੇ ਮਨਾਇਆ ਜਾਂਦਾ ਹੈ ਕਿ ਪੇਸ਼ੈਂਟਸ ਨੂੰ ਜਾਗਰੂਕ ਕੀਤਾ ਜਾਏ, ਸਪੈਸ਼ਲੀ ਲੇਡੀਜ਼ ਨੂੰ, ਕਿ ਤੁਸੀਂ ਮਹੀਨੇ 'ਚ ਇੱਕ ਵਾਰੀ ਐਟਲੀਸਟ ਆਪਣੇ ਆਪ ਨੂੰ ਐਗਜ਼ਾਮਿਨ ਕਰੋ। ਨਹਾਉਣ ਵੇਲੇ, ਲੇਟਣ ਵੇਲੇ ਇੱਕ ਵਾਰੀ ਜ਼ਰੂਰ ਆਪਣਾ ਟਟੋਲ ਕੇ ਦੇਖੋ ਕਿ ਛਾਤੀ 'ਚ ਕੋਈ ਗਿਲਟੀ ਤਾਂ ਨਹੀਂ ਮਹਿਸੂਸ ਹੋ ਰਹੀ, ਕੁਝ ਐਬਨੋਰਮਲ ਤਾਂ ਨਹੀਂ ਹੈ। ਜੇ ਹੈ ਤੇ ਸਾਡੇ ਕੋਲ ਆਓ, ਅਸੀਂ ਟੈਸਟ ਕਰਕੇ ਤੁਹਾਨੂੰ ਕਲੀਅਰ ਕਰਾਂਗੇ। ਜੀ ਜੀ। ਤੇ ਕਈ ਵਾਰੀ ਕੁਝ ਜਿਹੜੀ ਔਰਤਾਂ ਉਹ ਇਹ ਵੀ ਕਹਿੰਦੀਆਂ ਨੇ ਕਿ ਜੇ ਗਿਲਟੀ ਸਾਨੂੰ ਮਹਿਸੂਸ ਹੋ ਰਹੀ ਹੈ ਤੇ ਇਹ ਸੱਟ ਲੱਗਣ ਕਾਰਨ ਵੀ ਹੋ ਸਕਦਾ ਹੈ। ਬਹੁਤ ਵਾਰੀ ਇਦਾਂ ਹੁੰਦਾ ਹੈ, ਲੇਡੀ ਸਾਡੇ ਕੋਲ ਆਉਂਦੀ ਹੈ ਕਿ ਜੀ ਬੱਚਾ ਜਿਹੜਾ ਹੈਗਾ ਉਹਨੇ ਸਿਰ ਮਾਰ ਦਿੱਤਾ, ਲੱਤ ਮਾਰ ਦਿੱਤੀ, ਇਸ ਕਰਕੇ ਗਿਲਟੀ ਹੋ ਗਈ। ਬਟ ਐਕਚੁਅਲੀ ਗਿਲਟੀ ਉੱਥੇ ਹੁੰਦੀ ਹੈ, ਉਹਨਾਂ ਦਾ ਧਿਆਨ ਉਸ ਵੇਲੇ ਜਾਂਦਾ ਹੈ ਜਦੋਂ ਕੋਈ ਪੇਨ ਹੁੰਦੀ ਹੈ ਉਹਨਾਂ ਨੂੰ ਜਾਂ ਕੋਈ ਚੋਟ ਲੱਗਦੀ ਹੈ, ਫਿਰ ਉਹਨਾਂ ਦਾ ਧਿਆਨ ਉੱਥੇ ਜਾਂਦਾ ਹੈ। ਤਾਂ ਹੀ ਕਹਿ ਰਹੇ ਹਾਂ ਕਿ ਮਹੀਨੇ 'ਚ ਇੱਕ ਵਾਰੀ, ਮੋਸਟਲੀ ਅਸੀਂ ਕਹਿੰਦੇ ਹਾਂ ਕਿ ਜਿਨ੍ਹਾਂ ਲੇਡੀਜ਼ ਨੂੰ ਪੀਰੀਅਡਸ ਆਉਂਦੇ ਹੈ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਤੁਸੀਂ ਜਦੋਂ ਪੀਰੀਅਡਸ ਜਿੱਦਾਂ ਹੀ ਖਤਮ ਹੋਣ ਉਸ ਤੋਂ ਬਾਅਦ ਤੁਸੀਂ ਆਪਣਾ ਬ੍ਰੈਸਟ ਨੂੰ ਇੱਕ ਵਾਰੀ ਜ਼ਰੂਰ ਚੈੱਕ ਕਰਕੇ ਦੇਖੋ। ਜੀ ਠੀਕ ਹੈ। ਇਹਨੂੰ ਚੈੱਕ ਕਰਨ ਦੇ ਤਰੀਕੇ ਹੈਗੇ ਹੈ, ਤੁਸੀਂ YouTube ਤੇ ਵੀ ਦੇਖ ਸਕਦੇ ਹੋ, ਤੁਸੀਂ ਕਿਸੇ ਡਾਕਟਰ ਦੀ ਸਲਾਹ ਵੀ ਲੈ ਸਕਦੇ ਹੋ। ਯੂਜੂਅਲੀ ਇੰਪੋਰਟੈਂਟ ਚੀਜ਼ ਇਹ ਹੈ ਕਿ ਜ਼ਿਆਦਾਤਰ ਪੇਸ਼ੈਂਟਸ ਜਿਹੜੇ ਨੇ ਉਹ ਬ੍ਰੈਸਟ ਨੂੰ ਟਟੋਲਦੇ ਹੈ ਤੇ ਉਹਨਾਂ ਨੂੰ ਲੱਗਦਾ ਹੈ ਕਿ ਬ੍ਰੈਸਟ ਦੇ ਵਿੱਚ ਗਿਲਟੀ ਹੈ। ਬਟ ਬ੍ਰੈਸਟ ਨੂੰ ਜੇ ਟਟੋਲਣਾ ਹੈ ਤੇ ਤੁਸੀਂ ਇਹ ਜਿਹੜੀ ਤੁਹਾਡੀ ਉਂਗਲੀਆਂ ਹੈ ਇਹਦਾ ਜਿਹੜਾ ਫਲੈਟ ਸਰਫੇਸ ਹੈ ਉਹਦੇ ਨਾਲ ਟਟੋਟਾ ਉਹਨੂੰ ਚੈੱਕ ਕਰਨਾ ਹੈ। ਠੀਕ ਹੈ, ਦਬਾ ਕੇ ਨਹੀਂ ਦੇਖਣਾ, ਤੁਸੀਂ ਇਦਾਂ ਕਰਕੇ ਕਲੌਕਵਾਈਜ਼ ਪੋਜੀਸ਼ਨ ਦੇ ਵਿੱਚ ਆਪਣਾ ਬ੍ਰੈਸਟ ਨੂੰ ਇੱਕ ਹਿੱਸੇ ਨੂੰ ਚੈੱਕ ਕਰਨਾ ਹੈ ਕਿ ਤੁਹਾਨੂੰ ਕੋਈ ਗਿਲਟੀ ਤਾਂ ਨਹੀਂ ਮਹਿਸੂਸ ਹੋ ਰਹੀ। ਜੇ ਤੁਸੀਂ ਇਦਾਂ ਦਬਾ ਕੇ ਦੇਖਦੇ ਹੋ ਤੇ ਤੁਹਾਨੂੰ ਲੱਗਦਾ ਹੈ ਕਿ ਗਿਲਟੀਆਂ ਮਹਿਸੂਸ ਹੋ ਰਹੀਆਂ, ਤੇ ਇਹਨੂੰ ਇੱਕ ਤਰੀਕਾ ਹੈ ਚੈੱਕ ਕਰਨ ਦਾ। ਇਦਾਂ ਤੁਸੀਂ ਚੈੱਕ ਕਰੋਗੇ ਤੁਹਾਨੂੰ ਆਈਡੀਆ ਲੱਗ ਜਾਏਗਾ ਕਿ ਕੁਝ ਐਬਨੋਰਮੈਲਿਟੀ ਤੇ ਨਹੀਂ ਆਈ ਸਾਡੇ। ਜੀ ਜੀ। ਜੇ ਐਬਨੋਰਮੈਲਿਟੀ ਆਏਗੀ ਤੁਸੀਂ ਜਲਦੀ ਸਾਡੇ ਕੋਲ ਆ ਜਾਓਗੇ। ਜੀ। ਜੇ ਕਿਸੇ ਨੂੰ ਗਿਲਟੀ ਥੋੜੀ ਜਿਹੀ ਵੀ ਮਹਿਸੂਸ ਹੁੰਦੀ ਹੈ ਤੇ ਇਮੀਡੀਏਟਲੀ ਉਹਨੂੰ ਕੀ ਕਰਨਾ ਚਾਹੀਦਾ? ਜੇ ਤੁਹਾਨੂੰ ਗਿਲਟੀ ਮਹਿਸੂਸ ਹੋ ਰਹੀ ਹੈ ਤੁਸੀਂ ਡਾਕਟਰ ਦੀ ਸਲਾਹ ਲਓ, ਡਾਕਟਰ ਦੇ ਕੋਲ ਜਾਓ, ਉਹ ਤੁਹਾਨੂੰ ਐਗਜ਼ਾਮਿਨ ਕਰਨਗੇ। ਸਭ ਤੋਂ ਪਹਿਲਾਂ ਕਲੀਨਿਕਲ ਐਗਜ਼ਾਮੀਨੇਸ਼ਨ, ਸੈਕਿੰਡ ਨੰਬਰ ਤੇ ਉਹ ਟੈਸਟ ਜਿੱਦਾਂ ਮੈਮੋਗ੍ਰਾਫੀ ਤੁਸੀਂ ਸੁਣਿਆ ਹੋਣਾ, ਛਾਤੀ ਦਾ ਐਕਸ-ਰੇ ਜਾਂ ਅਲਟਰਾਸਾਊਂਡ ਕਰਕੇ ਦੇਖਣਗੇ। ਜੇ ਉਹਦੇ ਵਿੱਚ ਗਿਲਟੀ ਹੋਏਗੀ, ਡਾਊਟ ਹੋਏਗਾ ਗਿਲਟੀ ਦੇ ਵਿੱਚ, ਅਸੀਂ ਗਿਲਟੀ ਚੋਂ ਇੱਕ ਟੈਸਟ ਕਰਦੇ ਹਾਂ ਜਿਹਨੂੰ ਕਿ ਅਸੀਂ ਕਹਿੰਦੇ ਹਾਂ FNAC, ਨੀਡਲ ਐਸਪੀਰੇਸ਼ਨ। ਉਹਦੇ ਵਿੱਚ ਅਸੀਂ ਨੀਡਲ ਪਾ ਕੇ ਥੋੜਾ ਪਾਣੀ ਕੱਢ ਕੇ ਮਾਈਕਰੋਸਕੋਪ ਦੇ ਥੱਲੇ ਦੇਖ ਲੈਂਦੇ ਹਾਂ, ਕਲੀਅਰ ਹੋ ਜਾਂਦਾ ਹੈ ਕਿ ਕੈਂਸਰ ਦੇ ਸੈੱਲ ਹੈਗੇ ਆ ਕਿ ਨਹੀਂ ਹੈਗੇ ਆ। ਫਿਰ ਉਸ ਹਿਸਾਬ ਨਾਲ ਟ੍ਰੀਟਮੈਂਟ ਚੱਲਦਾ ਹੈ। ਜੀ। ਤੇ ਜਿਸ ਤਰ੍ਹਾਂ ਤੁਸੀਂ ਸਟੇजेस ਦੀ ਪਹਿਲੇ ਗੱਲ ਕੀਤੀ ਕਿ ਕਈ ਜਿਹੜੇ ਪੇਸ਼ੈਂਟ ਹੈ ਉਹ ਦੇਰ ਕਰ ਦਿੰਦੇ ਨੇ, ਇਗਨੋਰ ਕਰ ਦਿੰਦੇ ਨੇ, ਤੇ ਤਦ ਤੱਕ ਕਾਫੀ ਟਾਈਮ ਜਿਹੜਾ ਨਿਕਲ ਚੁੱਕਿਆ ਹੁੰਦਾ। ਤੇ ਸਟੇजेस ਦਾ ਇਹਦੇ ਵਿੱਚ ਕੀ ਰੋਲ ਹੈ? ਕਿਉਂਕਿ ਅਸੀਂ ਵੀ ਕਾਫੀ ਸੁਣਿਆ ਹੋਇਆ ਕਿ ਜੇ ਕੈਂਸਰ ਡਿਟੈਕਟ ਹੋਇਆ ਤਾਂ ਇਹ ਸਟੇਜ ਹੈ ਜਾਂ ਇਦਾਂ ਸਟੇਜ ਹੈ। ਬਿਲਕੁਲ, ਸਟੇजेस ਬਹੁਤ ਇੰਪੋਰਟੈਂਟ ਨੇ ਕੈਂਸਰ ਦੇ ਵਿੱਚ, ਸਪੈਸ਼ਲੀ ਜਿਹੜੀ ਹੈ ਇਹਦੀ ਇਹੀ ਬਿਮਾਰੀ ਇਦਾਂ ਦੀ ਹੈ ਜਿਹੜੀ ਕਿ ਚੱਲਦੀ ਹੈ ਅੱਗੇ। ਠੀਕ ਹੈ, ਇਹ ਆਪਣੇ ਜਿਹੜੇ ਇਹਨੂੰ ਕੈਂਸਰ ਦਾ ਵਰਡ ਜਿਹੜਾ ਕ੍ਰੈਬ ਤੋਂ ਆਉਂਦਾ ਹੈ ਨਾ, ਤੇ ਇਹ ਆਪਣੇ ਜਿਹੜੀ ਜੜ੍ਹਾਂ ਹੈਗੀਆਂ ਉਹ ਫੈਲਾਉਂਦੀ ਹੈ। ਠੀਕ ਹੈ, ਇਹਦੇ ਵਿੱਚ ਤੁਸੀਂ ਧਿਆਨ ਰੱਖਣਾ ਹੈ ਜੇ ਤੁਸੀਂ ਅਰਲੀ ਸਟੇਜ ਦੇ ਵਿੱਚ ਨਹੀਂ ਆਉਂਦੇ ਹੈ ਨਾ, ਫਿਰ ਤੁਹਾਡੀ ਜਿਹੜੀ ਬਿਮਾਰੀ ਹੈ ਉਹ ਸੈਕਿੰਡ ਲੈਵਲ, ਥਰਡ ਲੈਵਲ, ਫੋਰਥ ਲੈਵਲ ਤੇ ਚਲੀ ਜਾਂਦੀ ਹੈ। ਹੁਣ ਜਿੱਦਾਂ ਅਸੀਂ ਬ੍ਰੈਸਟ ਕੈਂਸਰ ਨੂੰ ਦੇਖੀਏ, ਛਾਤੀ ਦੇ ਵਿੱਚ ਗਿਲਟੀ ਹੈ, ਜੇ ਅਸੀਂ ਗਿਲਟੀ ਨੂੰ ਨਹੀਂ ਫੜਦੇ ਉਹ ਗਿਲਟੀ ਛਾਤੀ ਤੋਂ ਚੱਲ ਕੇ ਕੱਛ ਦੇ ਵਿੱਚ ਚਲੀ ਜਾਂਦੀ ਹੈ। ਅੱਛਾ, ਠੀਕ ਹੈ, ਫਿਰ ਕੱਛ ਤੋਂ ਗਲੇ 'ਚ ਆ ਜਾਂਦੀ ਹੈ, ਫਿਰ ਉਹ ਹੋਰ ਬਾਡੀ ਦੇ ਆਰਗਨਸ ਜਿਹੜੇ ਨੇ ਉਹਨਾਂ ਦੇ ਵਿੱਚ ਸਪਰੈਡ ਕਰ ਜਾਂਦੀ ਹੈ, ਜਿੱਦਾਂ ਲੀਵਰ ਦੇ ਵਿੱਚ, ਹੱਡੀਆਂ ਦੇ ਵਿੱਚ, ਬ੍ਰੇਨ ਦੇ ਵਿੱਚ, ਫੇਫੜਿਆਂ ਦੇ ਵਿੱਚ, ਉਹ ਸਟੇਜ 4 ਹੋ ਜਾਂਦੀ ਹੈ। ਜੀ ਜੀ। ਸੋ ਜਦੋਂ ਖਾਲੀ ਛਾਤੀ ਦੇ ਵਿੱਚ ਸੀਗੀ 2 ਸੈਂਟੀਮੀਟਰ ਦੀ ਗਿਲਟੀ, ਸਟੇਜ 1, 2 ਤੋਂ 5 ਹੋ ਗਈ, ਸਟੇਜ 2, ਕੱਛ ਦੇ ਵਿੱਚ ਚਲੀ ਗਈ, ਤੀਜੀ ਸਟੇਜ, ਜੀ, ਹੋਰ ਕਿਤੇ ਚਲੀ ਗਈ, ਚੌਥੀ ਸਟੇਜ। ਮਤਲਬ ਇਹ ਜਿਹੜੀ ਅਵੇਅਰਨੈਸ ਹੈ ਹੋਣੀ ਬਹੁਤ ਜ਼ਰੂਰੀ ਹੈ ਤਾਂ ਕਿ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੰਕਾ ਹੁੰਦੀ ਹੈ ਤੇ ਉਸ ਨੂੰ ਬਿਲਕੁਲ ਅਸੀਂ ਨਜ਼ਰਅੰਦਾਜ਼ ਨਾ ਕਰਕੇ ਛੇਤੀ ਤੋਂ ਛੇਤੀ ਆਪਣੇ ਡਾਕਟਰ ਕੋਲ ਜਾਈਏ। ਕਹਿ ਰਹੇ ਬ੍ਰੈਸਟ ਕੈਂਸਰ ਦੀ ਅਸੀਂ ਗੱਲ ਕਰ ਰਹੇ ਸੀ, ਔਰਤਾਂ ਦੇ ਵਿੱਚ ਹੋਣ ਵਾਲੇ ਹੋਰ ਕਿਹੜੇ-ਕਿਹੜੇ ਕੈਂਸਰ ਨੇ ਤੇ ਉਹਨਾਂ ਦੀ ਪਛਾਣ ਜਿਹੜੀ ਕਿਵੇਂ ਹੋ ਸਕਦੀ ਹੈ? ਔਰਤਾਂ ਦੇ ਵਿੱਚ ਬੱਚੇਦਾਨੀ ਦਾ ਮੂੰਹ ਦਾ ਕੈਂਸਰ ਜਿਹਨੂੰ ਕਿ ਸਰਵਿਕਸ ਕੈਂਸਰ ਕਿਹਾ ਜਾਂਦਾ ਹੈ, ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਕੇਸਿਸ ਸਰਵਿਕਸ ਕੈਂਸਰ ਦੇ ਪਾਏ ਜਾਂਦੇ ਹੈ। ਉਸ ਤੋਂ ਇਲਾਵਾ ਅੰਡੇ ਦਾ ਥੈਲੀ ਜਿਹੜੀ ਹੁੰਦੀ ਹੈ, ਓਵਰੀ ਜਿਹਨੂੰ ਕਹਿੰਦੇ ਆ, ਉਹਦਾ ਕੈਂਸਰ, ਤੇ ਯੂਟਰਸ ਦੀ ਜਿਹੜੀ ਝਿੱਲੀ ਹੁੰਦੀ ਹੈ, ਐਂਡੋਮੈਟਰੀਅਮ, ਉਹਦਾ ਕੈਂਸਰ। ਇਹ ਸਾਰੇ ਕੈਂਸਰ ਜਿਹੜੇ ਨੇ ਆਮ ਤੌਰ ਤੇ ਲੇਡੀਜ਼ ਦੇ ਵਿੱਚ ਪਾਏ ਜਾਂਦੇ ਆ। ਜੀ। ਇਸ ਤੋਂ ਇਲਾਵਾ ਹੋਰ ਵੀ ਕੁਝ ਕੈਂਸਰਸ ਨੇ ਜਿਹੜੇ ਲੇਡੀਜ਼ ਦੇ ਵਿੱਚ ਪਾਏ ਜਾਂਦੇ ਆ, ਬਟ ਸਭ ਤੋਂ ਜ਼ਿਆਦਾ ਜਿਹੜੇ ਇਨਸੀਡੈਂਟਸ ਦੇਖੇ ਗਏ ਆ
ਉਹ ਸਰਵਿਕਸ ਕੈਂਸਰ ਦੇ, ਬ੍ਰੈਸਟ ਕੈਂਸਰ ਦੇ, ਫਿਰ ਉਸ ਤੋਂ ਬਾਅਦ ਓਵਰੀ, ਐਂਡੋਮੈਟਰੀਅਮ, ਇਸ ਕੈਂਸਰ ਦੇ ਦੇਖੇ ਗਏ ਆ ਜੀ। ਤੇ ਇਹਦੇ ਵਿੱਚ ਵੀ ਫਿਰ ਗੱਲ ਉੱਥੇ ਆ ਜਾਂਦੀ ਹੈ ਕਿ ਜੇ ਸਾਨੂੰ ਲੱਛਣ ਸਾਡੇ ਪਕੜ ਦੇ ਵਿੱਚ ਆ ਜਾਣ, ਜਿੱਦਾਂ ਬ੍ਰੈਸਟ ਦੇ ਵਿੱਚ ਤੁਸੀਂ ਗਿਲਟੀ ਦਾ ਦੱਸਿਆ ਕਿ ਜੇ ਮਹਿਸੂਸ ਹੋ ਰਹੀ ਹੈ, ਦਰਦ ਮਹਿਸੂਸ ਹੋ ਰਹੀ ਹੈ, ਤੇ ਡਾਕਟਰ ਕੋਲ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ਜੇ ਬੱਚੇਦਾਨੀ ਦੇ ਕੈਂਸਰ ਦੀ ਜਾਂ ਹੋਰ ਲੇਡੀਜ਼ ਦੇ ਕੈਂਸਰ ਦੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਇਹਨਾਂ ਦੀ ਪਹਿਚਾਣ ਫਿਰ ਕਿਵੇਂ ਹੋਏਗੀ, ਕੀ ਲੱਛਣ ਆਣਗੇ? ਜੀ, ਬੱਚੇਦਾਨੀ ਦਾ ਜਿਹੜਾ ਮੂੰਹ ਦਾ ਕੈਂਸਰ ਹੈ ਉਹਦੇ ਵੀ ਇੰਪੋਰਟੈਂਟ ਲੱਛਣ ਇਹ ਹੈਗੇ ਹੈ ਕਿ ਜਿੱਦਾਂ ਲੇਡੀਜ਼ ਕਹਿੰਦੀਆਂ ਸਾਨੂੰ ਗੰਦਾ ਪਾਣੀ ਪੈ ਰਿਹਾ ਹੈ, ਕਮਰ 'ਚ ਦਰਦ ਹੋ ਰਹੀ ਹੈ, ਖਾਸ ਕਰ ਨਿਚਲੇ ਭਾਗ ਦੇ ਵਿੱਚ, ਜੇ ਉੱਥੇ ਦਰਦ ਹੋ ਰਹੀ ਹੈ, ਗੰਦਾ ਪਾਣੀ, ਕੋਈ ਸਮੈਲ ਵਾਲਾ ਪਾਣੀ ਆ ਰਿਹਾ ਹੈ, ਤੇ ਤੁਹਾਨੂੰ ਇਮੀਡੀਏਟਲੀ ਸਾਡੇ ਕੋਲ ਆਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੇ ਤੁਹਾਨੂੰ ਲੱਗਦਾ ਹੈ ਕਿ ਬਲੀਡਿੰਗ ਹੋ ਰਹੀ ਹੈ ਜਿਹੜੀ ਕਿ ਐਬਨੋਰਮਲ ਹੈ, ਨਾਰਮਲ ਨਹੀਂ ਹੈ, ਆਮ ਜਿਹੜਾ ਤੁਹਾਡਾ ਮਹੀਨਾ ਆਉਂਦਾ ਹੈ ਉਸ ਤੋਂ ਇਲਾਵਾ ਵਿੱਚ ਹੋ ਰਹੀ ਹੈ ਬਲੀਡਿੰਗ, ਫਿਰ ਤੁਸੀਂ ਇਮੀਡੀਏਟਲੀ ਸਾਨੂੰ ਮਿਲਣਾ ਹੈ ਜੀ। ਜਿਹੜੇ ਤੇ ਤੁਹਾਡੇ ਅੰਡੇ ਦੀ ਥੈਲੀ ਦੇ ਕੈਂਸਰ ਹੈ ਉਹਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਬਲਮ ਆ ਜਾਂਦੀ ਹੈ। ਉਹ ਇੱਕ ਤਰੀਕੇ ਦਾ ਸਾਇਲੈਂਟ ਕਿਲਰ ਕਹਿਲਾਉਂਦਾ ਹੈ, ਬਿਕੋਜ਼ ਅੰਡੇ ਦੀ ਥੈਲੀ ਅੰਦਰ ਹੋਣ ਕਰਕੇ ਤੁਹਾਨੂੰ ਲੱਛਣ ਪਤਾ ਨਹੀਂ ਚੱਲਦੇ। ਜਦੋਂ ਉਹ ਸਟੇਜ ਵੱਧ ਜਾਂਦੀ ਹੈ ਅੰਡੇ ਦੀ ਥੈਲੀ ਦੇ ਕੈਂਸਰ ਦੇ ਵਿੱਚ, ਉਸ ਵੇਲੇ ਪੇਟ 'ਚ ਪਾਣੀ ਭਰਨ ਲੱਗ ਪੈਂਦਾ ਹੈ, ਪੇਸ਼ੈਂਟ ਦਾ ਪੇਟ ਦਾ ਜਿਹੜਾ ਗਰਥ ਹੈ ਉਹ ਵਧਣ ਲੱਗ ਪੈਂਦਾ ਹੈ, ਪੇਸ਼ੈਂਟ ਨੂੰ ਲੱਗਦਾ ਹੈ ਭਾਰੀਪਨ ਮਹਿਸੂਸ ਹੋ ਰਿਹਾ ਹੈ, ਖਾਣਾ ਹਜਮ ਨਹੀਂ ਹੋ ਰਿਹਾ, ਪੇਟ ਵੱਧਦਾ ਜਾ ਰਿਹਾ ਹੈ। ਜੀ ਜੀ, ਉਹ ਲੱਛਣ ਹੁੰਦੇ ਆ, ਬਟ ਉਹਦੇ ਵਿੱਚ ਸਟੇਜ ਜਿਹੜੀ ਹੈ ਵੱਧ ਜਾਂਦੀ ਹੈ। ਐਟਲੀਸਟ ਬ੍ਰੈਸਟ, ਸਰਵਿਕਸ, ਐਂਡੋਮੈਟਰੀਅਮ, ਇਹ 3 ਇਦਾਂ ਦੇ ਕੈਂਸਰ ਹੈ ਜਿਨ੍ਹਾਂ ਦੇ ਲੱਛਣ ਸ਼ੁਰੂਆਤ ਦੇ ਵਿੱਚ ਤੁਸੀਂ ਫੜ ਸਕਦੇ ਹੋ, ਫੜੇ ਜਾ ਸਕਦੇ ਨੇ। ਬਿਲਕੁਲ ਜੀ ਜੀ। ਤੇ ਇਸ ਤੋਂ ਬਾਅਦ ਲੱਛਣ ਫੜੇ ਗਏ, ਟੈਸਟ ਵੀ ਹੋ ਗਿਆ, ਤੇ ਅੱਗੇ ਇਲਾਜ ਕੀ ਹੈ ਇਹਨਾਂ ਦੇ? ਇਹ ਦੇਖੋ, ਇਲਾਜ ਕੈਂਸਰ ਦੇ 3 ਤਰੀਕੇ ਦੇ ਨਾਲ ਕੀਤੇ ਜਾਂਦੇ ਆ। ਪਹਿਲਾ ਹੁੰਦਾ ਹੈ ਸਰਜਰੀ, ਜਿਹਦੇ ਵਿੱਚ ਆਪਰੇਸ਼ਨ ਦੇ ਨਾਲ ਅਸੀਂ ਆਮ ਤੌਰ ਤੇ ਜਿੱਥੋਂ ਸ਼ੁਰੂਆਤ ਹੋਈ ਹੈ ਉਹਨੂੰ ਕੱਟ ਦਿੰਦੇ ਆ। ਦੂਜੇ ਨੰਬਰ ਤੇ ਆਂਦਾ ਹੈ ਰੇਡੀਓਥੈਰੇਪੀ, ਜਿਹਨੂੰ ਕਿ ਕਿਰਨਾਂ ਦੇ ਨਾਲ ਇਲਾਜ ਕਹਿੰਦੇ ਆ, ਐਕਸ-ਰੇਜ਼ ਦੇ ਨਾਲ ਇਲਾਜ ਹੁੰਦਾ ਹੈ। ਇਹਦੇ ਵਿੱਚ ਇਹ ਹੁੰਦਾ ਹੈ ਕਿ ਪਾਰਟਿਕੂਲਰ ਆਰਗਨ ਸਾਨੂੰ ਲੱਗਦਾ ਹੈ ਕਿ ਅਸੀਂ ਕੱਟ ਦਿੱਤਾ ਹੈ, ਪਰ ਉੱਥੇ ਥੋੜੇ ਜਿਹੇ ਕੰਨ ਜਿਹੜੇ ਹੈ ਉਹ ਰਹਿ ਗਏ ਹੋਣੇ ਆ, ਉਹਨੂੰ ਅਸੀਂ ਇਹ ਰੇਡੀਏਸ਼ਨ ਦੇ ਨਾਲ ਟ੍ਰੀਟ ਕਰਦੇ ਆ। ਜੀ ਜੀ। ਤੀਜੇ ਤਰੀਕੇ ਦਾ ਟ੍ਰੀਟਮੈਂਟ ਹੁੰਦਾ ਹੈ ਜਿਹਨੂੰ ਅਸੀਂ ਕਹਿੰਦੇ ਆ ਕੀਮੋਥੈਰੇਪੀ। ਕੀਮੋਥੈਰੇਪੀ ਦੇ ਵਿੱਚ ਅਸੀਂ ਦਵਾਈ ਜਿਹੜੀ ਹੈ ਨਾੜੀਆਂ ਦੇ ਰਸਤੇ ਦਿੰਦੇ ਆ, ਉਹ ਦਵਾਈ ਤੁਹਾਡੇ ਖੂਨ ਦੇ ਵਿੱਚ ਮਿਕਸ ਹੁੰਦੀ ਹੈ, ਤੇ ਛੋਟੇ ਛੋਟੇ ਕਣ ਜਿਹੜੇ ਕਿ ਸਾਨੂੰ ਲੱਗਦਾ ਹੈ ਕਿ ਖੂਨ ਦੇ ਵਿੱਚ ਵੀ ਚਲੇ ਗਏ ਹੋਣੇ ਆ ਤੇ ਬਾਅਦ ਵਿੱਚ ਜਾ ਕੇ ਕਿਤੇ ਪਨਪ ਜਾਣਗੇ, ਜੀ, ਉਹ ਕਣ ਜਿਹੜੇ ਨੇ ਉਹ ਕੀਮੋਥੈਰੇਪੀ ਟੇਕ ਕੇਅਰ ਕਰਦੀ ਹੈ ਕਿ ਉਹ ਬਾਅਦ 'ਚ ਪਨਪਨਾ। ਇਹ 3 ਟ੍ਰੀਟਮੈਂਟ ਮੋਡੈਲਿਟੀਜ਼ ਹੈਗੀਆਂ ਜਿਹੜੀ ਯੂਜ਼ ਕੀਤੀਆਂ ਜਾਂਦੀਆਂ। ਹਰ ਇੱਕ ਕੈਂਸਰ ਦੇ ਵਿੱਚ ਵੱਖਰੀ ਵੱਖਰੀ ਟ੍ਰੀਟਮੈਂਟ ਮੋਡੈਲਿਟੀ ਆਉਂਦੀ ਹੈ। ਆਮ ਤੌਰ ਤੇ 2 ਜਾਂ 3 ਮੋਡੈਲਿਟੀਜ਼ ਯੂਜ਼ ਹੁੰਦੀਆਂ ਜੀ। ਤੇ ਜਿਸ ਪੇਸ਼ੈਂਟ ਨੇ ਇੱਕ ਵਾਰੀ ਸਰਜਰੀ ਕਰਾ ਲਈ ਹੈ ਤੇ ਉਸ ਤੋਂ ਬਾਅਦ ਉਹ ਇਹ ਸੋਚ ਸਕਦਾ ਹੈ ਜਾਂ ਇਦਾਂ ਜੀਵਨ ਬਿਤਾ ਸਕਦਾ ਹੈ ਕਿ ਹੁਣ ਉਹਨੂੰ ਮੁੜ ਕੇ ਇਹ ਬਿਮਾਰੀ ਨਹੀਂ ਹੋਏਗੀ? ਬਤਾ ਸਕਦਾ ਹੈ, ਉਹਦੀ ਕੋਈ ਪ੍ਰੋਬਲਮ ਨਹੀਂ ਹੈ। ਮੇਨ ਚੀਜ਼ ਇਹ ਹੈ ਕਿ ਜਦੋਂ ਤੁਸੀਂ ਸਰਜਰੀ ਕਰਾਈ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਡਾਕਟਰ ਨੂੰ ਜ਼ਰੂਰ ਕੰਸਲਟ ਕਰਨਾ ਹੈ। ਜੀ ਜੀ। ਜ਼ਿਆਦਾਤਰ ਪੇਸ਼ੈਂਟ ਕੀ ਕਰਦੇ ਹੈ, ਸਰਜਰੀ ਕਰਾਉਣ ਤੋਂ ਬਾਅਦ ਦੁਬਾਰਾ ਸਾਨੂੰ ਮਿਲਣ ਹੀ ਨਹੀਂ ਆਉਂਦੇ। ਉਹਨਾਂ ਨੂੰ ਲੱਗਦਾ ਹੁਣ ਤੁਹਾਡੀ ਬਿਮਾਰੀ ਜਿਹੜੀ ਹੈ ਚਲੀ ਗਈ ਹੈ ਤੇ ਸਾਨੂੰ ਡਾਕਟਰ ਨੂੰ ਮਿਲਣ ਦੀ ਲੋੜ ਨਹੀਂ। ਜੀ। ਸਾਡੇ ਕੋਲ ਉਸ ਵੇਲੇ ਆਉਂਦੇ ਹੈ ਜਦ ਫਿਰ ਆਪਰੇਸ਼ਨ ਤੋਂ ਬਾਅਦ ਪਿੱਠ 'ਚ ਦਰਦ ਹੋਣ ਲੱਗ ਪਈ, ਸਿਰ ਦਰਦ ਹੋਣ ਲੱਗ ਪਿਆ, ਖਾਂਸੀ ਆਉਣ ਲੱਗ ਪਈ, ਤੇ ਸਕੈਨਿੰਗ ਕਰਾ ਕੇ ਪਤਾ ਚੱਲਦਾ ਹੈ ਕਿ ਜੀ ਬਿਮਾਰੀ ਤੇ ਉੱਥੇ ਫੈਲ ਗਈ ਹੈ, ਫਿਰ ਸਾਡੇ ਕੋਲ ਆਉਂਦੇ ਹੈ ਪੇਸ਼ੈਂਟ। ਜੇ ਆਪਰੇਸ਼ਨ ਤੁਸੀਂ ਕਰਾਇਆ ਹੈ ਤੁਹਾਨੂੰ ਫਰਦਰ ਟ੍ਰੀਟਮੈਂਟ ਦੀ ਲੋੜ ਪੈ ਸਕਦੀ ਹੈ, ਜਿੱਦਾਂ ਕਿ ਰੇਡੀਏਸ਼ਨ ਦੀ ਜਾਂ ਕੀਮੋਥੈਰੇਪੀ ਦੀ, ਉਹਨੂੰ ਇਗਨੋਰ ਨਾ ਕਰੋ। ਇਸ ਵੇਲੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ, ਬਟ ਉਹ ਤੁਹਾਡੇ ਫਿਊਚਰ ਵਾਸਤੇ ਹੈਗਾ ਟ੍ਰੀਟਮੈਂਟ, ਕਿ ਜਿਹੜੇ ਕਣ ਤੁਹਾਡੀ ਅੱਖਾਂ ਨੂੰ ਨਜ਼ਰ ਨਹੀਂ ਆ ਰਹੇ, ਤੁਹਾਡੀ ਬਾਡੀ ਦੇ ਵਿੱਚ ਮਾਈਕਰੋਸਕੋਪਿਕ ਰੂਪ ਦੇ ਵਿੱਚ ਹੈਗੇ ਹੈ, ਉਹਨਾਂ ਨੂੰ ਵੀ ਟੇਕ ਕੇਅਰ ਕਰਨਾ ਹੈ। ਇਸ ਕਰਕੇ ਪਾਲਿਸੀ ਬਣੀ ਹੋਈ ਹੈ, ਹਰ ਇੱਕ ਸਟੇਜ ਵਾਈਜ਼ ਹਰ ਇੱਕ ਕੈਂਸਰ ਦਾ ਟ੍ਰੀਟਮੈਂਟ ਜਿਹੜਾ ਹੈ ਉਹ ਡਿਫਾਈਨ ਕੀਤਾ ਗਿਆ ਹੈ। ਹੁਣ ਜੇ ਆਪਾਂ ਛਾਤੀ ਦਾ ਕੈਂਸਰ ਲਈਏ, ਛਾਤੀ ਦੇ ਕੈਂਸਰ ਦੇ ਵਿੱਚ ਲੇਡੀਜ਼ ਆਮ ਤੌਰ ਤੇ ਗਿਲਟੀ ਨੂੰ ਕਢਵਾ ਕੇ ਕਹਿ ਦਿੰਦੀਆਂ ਅਸੀਂ ਹੁਣ ਟ੍ਰੀਟਮੈਂਟ ਕੰਪਲੀਟ ਹੋ ਗਿਆ, ਬਟ ਨਹੀਂ। ਛਾਤੀ ਦੇ ਕੈਂਸਰ ਦੇ ਵਿੱਚ ਛਾਤੀ ਦੀ ਗਿਲਟੀ ਤੋਂ ਇਲਾਵਾ ਸਾਨੂੰ ਕੱਚ ਦੇ ਵਿੱਚ ਜਿਹੜੀਆਂ ਗਿਲਟੀਆਂ ਹੈਗੀਆਂ ਉਹਨਾਂ ਨੂੰ ਵੀ ਕੱਢਣਾ ਹੈ। ਜੇ ਉਹਨਾਂ ਦੇ ਵਿੱਚ ਵੀ ਕੈਂਸਰ ਪਾਇਆ ਜਾਂਦਾ ਹੈ ਤੇ ਪੇਸ਼ੈਂਟ ਨੂੰ ਅੱਗੇ ਰੇਡੀਓਥੈਰੇਪੀ ਦਾ ਟ੍ਰੀਟਮੈਂਟ ਵੀ ਦੇਣਾ ਹੈ। 1 ਸੈਂਟੀਮੀਟਰ ਤੋਂ ਜ਼ਿਆਦਾ ਜੇ ਰਸੌਲੀ ਦਾ ਸਾਈਜ਼ ਹੈ ਤੇ ਪੇਸ਼ੈਂਟ ਨੂੰ ਕੀਮੋਥੈਰੇਪੀ ਵੀ ਜ਼ਰੂਰ ਦੇਣੀ ਹੈ। ਜੀ ਜੀ। ਇਸ ਕਰਕੇ ਟ੍ਰੀਟਮੈਂਟ ਜਿਹੜਾ ਹੈ ਉਹ ਇੱਕ ਮੋਡੈਲਿਟੀ ਦੇ ਨਾਲ ਨਹੀਂ ਹੁੰਦਾ।
ਕੈਂਸਰ ਦਾ ਟ੍ਰੀਟਮੈਂਟ ਮਲਟੀ ਮੋਡੈਲਿਟੀ ਹੁੰਦਾ ਹੈ ਜੀ। ਤੇ ਇਸ ਤੋਂ ਬਾਅਦ ਹੁਣ ਗੱਲ ਕਰਦੇ ਹਾਂ, ਜਿਸ ਤਰ੍ਹਾਂ ਤੁਸੀਂ ਔਰਤਾਂ ਦੇ ਵਿੱਚ ਹੋਣ ਵਾਲੇ ਕੈਂਸਰ ਬਾਰੇ ਵਿਸਤਾਰ ਦੇ ਨਾਲ ਦੱਸਿਆ, ਤੇ ਹੁਣ ਬਲੱਡ ਕੈਂਸਰ ਦੀ ਜੇ ਗੱਲ ਕਰੀਏ, ਖੂਨ ਦਾ ਜਿਹੜਾ ਕੈਂਸਰ ਹੈ ਉਹ ਵੀ ਕਾਫੀ ਸੁਣਨ ਦੇ ਵਿੱਚ ਆ ਰਿਹਾ। ਖੂਨ ਦੇ ਜਿਹੜੇ ਕੈਂਸਰ ਦੀ ਜਿਹੜੀ ਪਹਿਚਾਣ ਹੈ ਉਹ ਕਿੱਦਾਂ ਹੋ ਸਕਦੀ ਹੈ, ਕੀ ਲੱਛਣ ਹੈ ਉਹਦੇ? ਠੀਕ ਹੈ, ਖੂਨ ਦੇ ਕੈਂਸਰ ਦੇਖੀਏ ਦੋ ਕਿਸਮ ਦੇ ਹੁੰਦੇ ਆ, ਐਕਿਊਟ ਲੂਕੀਮੀਆ, ਕ੍ਰੋਨਿਕ ਲੂਕੀਮੀਆ। ਇਹਦੇ ਵਿੱਚ ਐਕਿਊਟ ਦੇ ਵਿੱਚ ਕੀ ਹੁੰਦਾ ਹੈ, ਤੇਜ਼ੀ ਨਾਲ ਵੱਧਦਾ ਹੈ। ਕ੍ਰੋਨਿਕ ਲੂਕੀਮੀਆ ਸਲੋ ਹੁੰਦਾ ਹੈ, ਉਹਦਾ ਇਲਾਜ ਇੱਕ ਗੋਲੀ ਦੇ ਨਾਲ ਵੀ ਹੋ ਸਕਦਾ ਹੈ, ਤੇ ਕਈ ਵਾਰੀ ਅਸੀਂ ਇਹ ਪੇਸ਼ੈਂਟ ਨੂੰ ਕਹਿ ਦਿੰਦੇ ਹਾਂ ਕਿ ਕੋਈ ਇਲਾਜ ਦੀ ਲੋੜ ਹੀ ਨਹੀਂ ਹੈ, ਸਿਰਫ ਤੁਸੀਂ ਚੈੱਕਅਪ ਵਾਸਤੇ ਆਉਂਦੇ ਰਹੋ, ਆਪਣਾ ਟੈਸਟ ਕਰਾਉਂਦੇ ਰਹੋ। ਲੱਛਣ ਜੇ ਤੁਸੀਂ ਗੱਲ ਕਰੋ, ਲੱਛਣ ਦੇ ਵਿੱਚ ਪੇਸ਼ੈਂਟ ਜੇ ਸਾਡੇ ਕੋਲ ਆਂਦਾ ਹੈ ਕਿ ਮੇਰਾ ਖੂਨ ਵੱਧਦਾ ਨਹੀਂ ਪਿਆ, ਬਲੱਡ ਜਿਹੜਾ ਹੈ ਘੱਟ ਹੈ, ਜਾਂ ਘਰ ਵਾਲੇ ਕਹਿੰਦੇ ਆ ਇਹਨੂੰ ਥਕੇਵਾਂ ਜਲਦੀ ਹੋ ਜਾਂਦਾ ਹੈ ਪੇਸ਼ੈਂਟ ਨੂੰ ਜੀ, ਅੱਖਾਂ ਜਿਹੜੀਆਂ ਉਸ ਚਿੱਟੀਆਂ ਚਿੱਟੀਆਂ ਲੱਗਦੀਆਂ, ਚਿਹਰਾ ਜਿਹੜਾ ਹੈਗਾ ਉਹ ਲਾਲ ਨਹੀਂ ਹੈਗਾ, ਹੈ ਨਾ, ਬਿਕੋਜ਼ ਉਹਦਾ ਹੀਮੋਗਲੋਬਿਨ ਪੇਸ਼ੈਂਟ ਦਾ ਘਟ ਰਿਹਾ ਹੈ, ਇਸ ਕਰਕੇ ਉਹ ਇੱਕ ਹੋ ਸਕਦਾ ਹੈ। ਦੂਜਾ, ਜਿਹੜੇ ਚਿੱਟੇ ਸੈੱਲ ਹੁੰਦੇ ਆ ਉਹ ਘਟ ਵੀ ਸਕਦੇ ਆ, ਵੱਧ ਵੀ ਸਕਦੇ ਆ। ਬਲੱਡ ਕੈਂਸਰ ਦੇ ਵਿੱਚ ਕਈ ਵਾਰੀ ਇੰਨੇ ਜ਼ਿਆਦਾ ਵੱਧ ਜਾਂਦੇ ਕਿ ਉਹ ਲੱਖਾਂ ਦੇ ਵਿੱਚ ਆ ਜਾਂਦੇ ਆ, ਅੱਛਾ, ਹਜ਼ਾਰਾਂ ਦੀ ਬਜਾਏ ਲੱਖਾਂ ਦੇ ਵਿੱਚ ਆ ਜਾਂਦੇ ਆ, ਤੇ ਪੇਸ਼ੈਂਟ ਸਾਡੇ ਕੋਲ ਆਉਂਦੇ ਆ ਕਿ ਬਈ ਇਹ ਤੇ ਲੱਖਾਂ ਦੇ ਵਿੱਚ ਇਹਨਾਂ ਦੇ ਚਿੱਟੇ ਸੈੱਲ ਆ ਰਹੇ ਆ, ਇਹ ਬਲੱਡ ਕੈਂਸਰ ਦੀ ਨਿਸ਼ਾਨੀ ਤੇ ਨਹੀਂ। ਫਿਰ ਅਸੀਂ ਚੈੱਕ ਕਰਕੇ ਦੱਸਦੇ ਹਾਂ। ਕਈ ਵਾਰੀ ਪੇਸ਼ੈਂਟ ਸਾਡੇ ਕੋਲ ਆਂਦਾ ਹੈ ਕਿ ਖੱਬੇ ਪਾਸੇ ਪੇਟ ਦੇ ਵਿੱਚ ਹਲਕੀ ਹਲਕੀ ਦਰਦ ਹੋ ਰਹੀ ਹੈ, ਉਹ ਇਸ ਕਰਕੇ ਹੁੰਦਾ ਹੈ ਤਿੱਲੀ ਦਾ ਸਾਈਜ਼ ਵੱਧ ਜਾਂਦਾ ਹੈ ਬਲੱਡ ਕੈਂਸਰ ਦੇ ਵਿੱਚ। ਕੁਝ ਐਦਾਂ ਦੀ ਕਿਸਮਾਂ ਹੈਗੀਆਂ ਜਿਹਦੇ ਵਿੱਚ ਤਿੱਲੀ ਦਾ ਸਾਈਜ਼ ਕਾਫੀ ਜ਼ਿਆਦਾ ਵੱਧ ਜਾਂਦਾ ਹੈ, ਤੇ ਪੇਸ਼ੈਂਟ ਸਾਡੇ ਕੋਲ ਆਂਦਾ ਹੈ ਕਿ ਥਕਾਵਟ ਹੋ ਰਹੀ ਹੈ ਤੇ ਇੱਥੇ ਪੇਟ 'ਚ ਹਲਕਾ ਹਲਕਾ ਦਰਦ ਹੈ ਜੀ। ਜ਼ਿਆਦਾਤਰ ਜਿਹੜੇ ਕ੍ਰੋਨਿਕ ਲਿਊਕੀਮੀਆਜ਼ ਨੇ ਉਹ ਇੱਦਾਂ ਪ੍ਰੈਜ਼ੈਂਟ ਕਰਦੇ ਆ। ਕਈ ਵਾਰੀ ਪੇਸ਼ੈਂਟਸ ਸਾਡੇ ਕੋਲ ਆਂਦੇ ਆ ਕਿ ਥੋੜਾ ਜਿਹਾ ਇੱਥੇ ਗਿਲਟੀ ਮਹਿਸੂਸ ਹੋ ਰਹੀ ਹੈ, ਕਈਆਂ ਨੂੰ ਸਾਹ ਜਲਦੀ ਚੜਨ ਲੱਗ ਪੈਂਦਾ ਹੈ ਜੀ ਜੀ। ਨਾਰਮਲ ਜਿਹੜਾ ਤੁਸੀਂ ਇੱਕ CBC ਦਾ ਟੈਸਟ ਸੁਣਿਆ ਹੋਣਾ ਹੈ ਜੀ ਜੀ, ਉਹਦੇ ਵਿੱਚ ਜਿਹਦੇ ਵਿੱਚ ਹੀਮੋਗਲੋਬਿਨ, ਚਿੱਟੇ ਸੈੱਲ, ਪਲੇਟਲੇਟਸ, ਇਹ ਸਾਰੇ ਕਰਾਏ ਜਾਂਦੇ, ਇਹਦੇ ਨਾਲ ਪਤਾ ਚੱਲ ਜਾਂਦਾ ਹੈ ਜੀ। ਕਈ ਵਾਰੀ ਪੇਸ਼ੈਂਟ ਨੂੰ ਬਲੀਡਿੰਗ ਹੋਣ ਲੱਗ ਪੈਂਦੀ ਹੈ, ਦੰਦਾਂ ਬ੍ਰਸ਼ ਕਰਨ ਵੇਲੇ ਹੋ ਰਹੀ ਹੈ, ਨੱਕ ਚੋਂ ਹੋ ਰਹੀ ਹੈ, ਫਿਰ ਅਸੀਂ ਦੇਖਦੇ ਹਾਂ ਪਲੇਟਲੇਟ ਘੱਟ ਨੇ, ਉਹ ਵੀ ਇੱਕ ਤਰੀਕੇ ਦਾ ਬਲੱਡ ਕੈਂਸਰ ਹੈਗਾ ਜੀ ਜੀ। ਵੱਖਰੀਆਂ ਵੱਖਰੀਆਂ ਕਿਸਮਾਂ ਹੈਗੀਆਂ, ਬਟ ਮੋਟੇ ਤੌਰ ਤੇ ਅਸੀਂ ਇਹਨੂੰ ਐਕਿਊਟ ਤੇ ਕ੍ਰੋਨਿਕ ਦੇ ਵਿੱਚ ਡਿਵਾਈਡ ਕਰਦੇ ਹਾਂ ਜੀ ਜੀ। ਆਪਣੀ ਗੱਲਬਾਤ ਇਸ ਤਰ੍ਹਾਂ ਕਰਦੇ ਰਵਾਂਗੇ। ਪ੍ਰੋਗਰਾਮ ਦਾ ਨਾਮ ਹੈ ਗੱਲਾਂ ਤੇ ਗੀਤ। ਗੱਲਾਂ ਦੇ ਨਾਲ ਨਾਲ ਇੱਕ ਗੀਤ ਸਾਡਾ ਬਿਲਕੁਲ ਤਿਆਰ ਹੈ, ਦੇਖਦੇ ਤਾਂ ਸੁਣਦੇ ਇਹ ਗੀਤ। ਸੁਖਦਾਨੀ ਸਾਂ ਵਿੱਚ ਰਹਿਣਾ ਫਿਜ਼ਾਵਾਂ ਤੂੰ ਤਾਰ ਹੋ ਗਿਆ, ਸਾਂ ਸੁਖਦਾਨੀ ਸਾਂ ਵਿੱਚ ਰਹਿਣਾ ਫਿਜ਼ਾਵਾਂ ਤੂੰ ਤਾਰ ਹੋ ਗਿਆ। ਸਿਹਤਮੰਦ ਨੀ ਕਿਸੇ ਨੇ ਰਹਿਣਾ, ਸਿਹਤਮੰਦ ਨੀ ਕਿਸੇ ਨੇ ਰਹਿਣਾ, ਹਵਾਵਾਂ ਹੀ ਬਿਮਾਰ ਹੋ ਗਈਆਂ। ਪਾਲਦਾ ਖੱਟਦਾ ਏ ਪੁੰਨ ਵਾਤਾਵਰਨ ਸੰਭਾਲਦਾ, ਰੱਬ ਦਾ ਹੀ ਰੂਪ ਜਿਹੜਾ ਰੁੱਖਾਂ ਤਾਈਂ ਪਾਲਦਾ, ਖੱਟਦਾ ਏ ਪੁੰਨ ਵਾਤਾਵਰਨ ਸੰਭਾਲਦਾ। ਰੁੱਖ ਰਹੇ ਨਾ ਮਨੁੱਖ ਵੀ ਨਹੀਂ ਰਹਿਣਾ, ਰੁੱਖ ਰਹੇ ਨਾ ਮਨੁੱਖ ਵੀ ਨਹੀਂ ਰਹਿਣਾ, ਰੁੱਤਾਂ ਹੀ ਖੁਆਰ ਹੋ ਗਈਆਂ। ਸ਼ਾਖਾਂ ਤੇ ਬਿਆਨ ਵਾਲੇ ਆਲਣੇ, ਪਲ ਜਦੋਂ ਪੰਛੀਆਂ ਤੋਂ ਸੁੱਖ ਬੜੇ ਮਾਨਣੇ, ਸੋਚਾਂ ਦੀਆਂ ਸ਼ਾਖਾਂ ਤੇ ਗਿਆਨ ਵਾਲੇ ਆਲਣੇ, ਪਲ ਜਦੋਂ ਪੰਛੀਆਂ ਤੋਂ ਸੁੱਖ ਬੜੇ ਮਾਨਣੇ। ਹੱਦੋਂ ਵੱਧ ਕੇ ਦਵਾਈਆਂ ਅਤੇ ਖਾਦਾਂ, ਹੱਦੋਂ ਵੱਧ ਕੇ ਦਵਾਈਆਂ ਅਤੇ ਖਾਦਾਂ, ਮਨੁੱਖਤਾ ਤੇ ਵਾਰ ਹੋ ਗਈਆਂ।
ਗੰਦਾ ਹੋ ਗਿਆ ਸਹਾਰਾ ਕਿਹੜਾ ਜੀਣ ਨੂੰ, ਹੰਝੂ ਪਛਤਾਵੇ ਵਾਲੇ ਰਹਿ ਜਾਣੇ ਪੀਣ ਨੂੰ, ਪਛਤਾਵੇ ਵਾਲੇ ਰਹਿ ਜਾਣੇ ਪੀਣ ਨੂੰ। ਪਾਣੀ ਗੰਦਾ ਹੋ ਗਿਆ ਸਹਾਰਾ ਕਿਹੜਾ ਜੀਣ ਨੂੰ, ਹੰਝੂ ਪਛਤਾਵੇ ਵਾਲੇ ਰਹਿ ਜਾਣੇ ਪੀਣ ਨੂੰ। ਰੱਬ ਰਹਿਮਤਾਂ ਕਰੂਗਾ ਜਾਗੋ ਵਾਲਿਆ, ਰੱਬ ਰਹਿਮਤਾਂ ਕਰੂਗਾ ਜਾਗੋ ਵਾਲਿਆ, ਜੇ ਆਪ ਜ਼ਿੰਮੇਵਾਰ ਹੋ ਗਿਆ। ਸਿਹਤਮੰਦ ਨਹੀਂ ਕਿਸੇ ਨੇ ਰਹਿਣਾ, ਹਵਾਵਾਂ ਹੀ ਬਿਮਾਰ ਹੋ ਗਈਆਂ, ਹਵਾਵਾਂ ਹੀ ਬਿਮਾਰ ਹੋ ਗਈਆਂ। ਤੁਸੀਂ ਵੇਖ ਰਹੇ ਹੋ ਜੀ ਪ੍ਰੋਗਰਾਮ ਗੱਲਾਂ ਤੇ ਗੀਤ, ਤੇ ਅੱਜ ਵਰਲਡ ਕੈਂਸਰ ਡੇ ਹੈ ਤੇ ਵਰਲਡ ਕੈਂਸਰ ਡੇ ਤੇ ਅਸੀਂ ਕੈਂਸਰ ਪ੍ਰਤੀ ਜਾਗਰੂਕਤਾ ਬਾਰੇ ਲਗਾਤਾਰ ਗੱਲਬਾਤ ਕਰ ਰਹੇ ਹਾਂ। ਸਟੂਡੀਓ ਦੇ ਵਿੱਚ ਮੇਰੇ ਨਾਲ ਨੇ ਡਾਕਟਰ ਅਰਚਨਾ ਦੱਤਾ, ਔਨਕੋਲੋਜਿਸਟ ਯਾਨੀ ਕਿ ਕੈਂਸਰ ਦੇ ਰੋਗਾਂ ਦੇ ਮਾਹਿਰ ਨੇ। ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ ਤੇ ਹੁਣ ਗੱਲ ਕਰਾਂਗੇ ਗਲੇ ਦੇ ਕੈਂਸਰ ਦੀ। ਤੇ ਗਲੇ ਦਾ ਜਿਹੜਾ ਕੈਂਸਰ ਹੈ ਉਹ ਕਿਉਂ ਹੋ ਜਾਂਦਾ ਹੈ ਤੇ ਇਹਦੇ ਕੀ ਕਾਰਨ ਜਿਹੜੇ ਹੈ ਉਹ ਹੋ ਸਕਦੇ ਨੇ ਜਾਂ ਸਿੰਪਟਮਸ ਕੀ ਨੇ ਇਹਦੇ? ਗਲੇ ਦਾ ਕੈਂਸਰ ਜਿਹੜਾ ਹੈਗਾ ਉਹ ਵੀ ਇੰਡੀਆ ਦੇ ਵਿੱਚ ਕਾਫੀ ਦੇਖਿਆ ਜਾਂਦਾ ਹੈ, ਮੂੰਹ ਦਾ ਤੇ ਗਲੇ ਦਾ ਦੋਨੋਂ। ਜੀ ਜੀ। ਇਹਦੇ ਵਿੱਚ ਸਪੈਸ਼ਲੀ ਜਿੱਦਾਂ ਗੁਟਕਾ, ਤੰਬਾਕੂ, ਸਾਡੇ ਕੰਟਰੀ ਦੇ ਵਿੱਚ ਯੂਪੀ, ਬਿਹਾਰ, ਮੱਧ ਪ੍ਰਦੇਸ਼, ਇਹ ਸਟੇਟਸ ਇੱਦਾਂ ਦੀਆਂ ਹੈਗੀਆਂ ਕਿ ਇਹਨਾਂ ਦੇ ਵਿੱਚ ਟ੍ਰੈਡੀਸ਼ਨ ਹੈ ਪਾਨ ਖਿਲਾਉਣ ਦਾ, ਸੁਪਾਰੀ ਦਾ। ਤੇ ਪੇਸ਼ੈਂਟਸ ਜਿਹੜੇ ਨੇ ਇਸ ਥਾਵਾਂ ਤੋਂ ਜ਼ਿਆਦਾ ਆਉਂਦੇ ਆ ਸਾਡੇ ਕੋਲ ਜਿਨ੍ਹਾਂ ਨੂੰ ਗਲੇ ਦਾ ਤੇ ਮੂੰਹ ਦਾ ਕੈਂਸਰ ਹੁੰਦਾ ਹੈ। ਸਪੈਸ਼ਲੀ ਹੋਰ ਜਿੱਦਾਂ ਸਾਡੇ ਵਰਕਰਸ ਹੈ ਨਾ, ਕੰਸਟਰਕਸ਼ਨ ਵਰਕਰਸ ਹੋ ਗਏ, ਲੇਬਰਸ ਹੋ ਗਏ, ਇਹ ਸਾਰੇ ਤੁਸੀਂ ਦੇਖੋਗੇ ਕਿ ਹਰ ਵੇਲੇ ਤੰਬਾਕੂ ਜਿਹੜਾ ਹੈਗਾ ਉਹ ਈਜ਼ੀਲੀ ਅਵੇਲੇਬਲ ਹੈ ਤੇ ਉਹਨੂੰ ਮੂੰਹ 'ਚ ਰੱਖ ਕੇ ਮੂੰਹ 'ਚ ਪਿਆ ਰਹਿੰਦਾ ਹੈ ਉਹ, ਤੇ ਉੱਥੇ ਜਿਹੜੇ ਸਕਿਨ ਹੈਗੀ ਉਹ ਹੌਲੇ ਹੌਲੇ ਕਰਕੇ ਉਹਦੇ ਵਿੱਚ ਕੈਂਸਰ ਡਿਵੈਲਪ ਹੋਣ ਲੱਗ ਪੈਂਦਾ ਹੈ ਤੇ ਮੂੰਹ ਦਾ ਕੈਂਸਰ ਹੋ ਜਾਂਦਾ ਹੈ ਉਹਨਾਂ ਨੂੰ। ਸਮੋਕਿੰਗ, ਐਲਕੋਹਲ, ਇਹ ਬਹੁਤ ਇੰਪੋਰਟੈਂਟ ਚੀਜ਼ਾਂ ਹੈ। ਇਸ ਤੋਂ ਇਲਾਵਾ ਬਹੁਤ ਜ਼ਿਆਦਾ ਸਪਾਈਸੀ ਡਾਈਟ ਲੈਣਾ, ਦੰਦਾਂ ਦਾ ਖਰਾਬ ਹੋਣਾ, ਕਈਆਂ ਨੂੰ ਸ਼ਾਰਪ ਜਿਹੜੇ ਨੇ ਟੀਥ ਹੁੰਦੇ ਆ ਜਿਹੜੇ ਕਿ ਰਗੜ ਖਾਂਦੇ ਰਹਿੰਦੇ ਹੈ ਮਾਸ ਦੇ ਨਾਲ ਤੇ ਉੱਥੇ ਜਿਹੜਾ ਹੈਗਾ ਫਿਰ ਕੈਂਸਰ ਬਣ ਜਾਂਦਾ ਹੈ। ਇਹ ਕੁਝ ਹੈਗੇ ਰੀਜ਼ਨਸ ਜਿਨ੍ਹਾਂ ਦੇ ਨਾਲ ਮੂੰਹ ਦਾ ਕੈਂਸਰ ਜਿਹੜਾ ਹੈ ਉਹ ਦੇਖਿਆ ਗਿਆ ਹੈ ਕਿ ਉਹਦਾ ਰਿਲੇਸ਼ਨ ਹੈ। ਜੀ ਜੀ। ਕਈ ਵਾਰੀ ਗਲੇ ਦੇ ਕੈਂਸਰ ਦੇ ਵਿੱਚ ਆਵਾਜ਼ ਦਾ ਠੀਕ ਨਾ ਹੋਣਾ, ਜਿੱਦਾਂ ਆਵਾਜ਼ ਜਿਹੜੀ ਹੈ ਪੇਸ਼ੈਂਟ ਕਹਿੰਦਾ ਹੈ ਮੈਨੂੰ ਨਾ ਖਰਖਰੀ ਜੀ ਲੱਗਦੀ ਹੈ, ਆਵਾਜ਼ ਬੈਠੀ ਹੈਗੀ ਹੈ। ਤੁਹਾਨੂੰ ਖੁਦ ਨੂੰ ਕਈ ਵਾਰ ਲੱਗਦਾ ਹੈ ਪੇਸ਼ੈਂਟ ਦੀ ਆਵਾਜ਼ ਜਿਹੜੀ ਹੈ ਨਾ ਗਲੇ ਤੋਂ ਨਹੀਂ ਆ ਰਹੀ, ਨੱਕ ਤੋਂ ਆ ਰਹੀ ਹੈ। ਇਹ ਲੱਛਣ ਨੇ ਕਿ ਕੁਝ ਨਾ ਕੁਝ ਅੰਦਰ ਗਲੇ 'ਚ ਖਰਾਬੀ ਹੈ ਤੇ ਗਲੇ ਦਾ ਕੈਂਸਰ ਹੋ ਸਕਦਾ ਹੈ। ਜੀ। ਕਈ ਵਾਰੀ ਪੇਸ਼ੈਂਟ ਸਾਨੂੰ ਕਹਿੰਦਾ ਹੈ ਸਾਹ ਲੈਣ 'ਚ ਔਖਿਆਈ ਹੋ ਰਹੀ ਹੈ, ਉਹਦਾ ਮਤਲਬ ਹੈ ਕਿ ਕੈਂਸਰ ਜਿਹੜਾ ਇੰਨਾ ਜ਼ਿਆਦਾ ਵੱਧ ਚੁੱਕਿਆ ਹੈ ਕਿ ਉਹ ਜਿਹੜੀ ਸਾਹ ਦੀ ਨਲਕੀ ਹੈਗੀ ਉਹਨੂੰ ਉਹਨੇ ਬਲੌਕ ਕਰਨਾ ਸ਼ੁਰੂ ਕਰ ਦਿੱਤਾ ਹੈ। ਤੇ ਜਦੋਂ ਉਹ ਹੋਲ ਤੁਹਾਡਾ ਛੋਟਾ ਹੋ ਜਾਂਦਾ ਹੈ ਤੇ ਫਿਰ ਤੁਹਾਨੂੰ ਸਾਹ ਲੈਣ ਖਿੱਚ ਕੇ ਲੈਂਦੇ ਹੋ, ਦੂਰੋਂ ਹੀ ਸਾਨੂੰ ਪਤਾ ਚੱਲ ਜਾਂਦਾ ਹੈ ਕਿ ਪੇਸ਼ੈਂਟ ਜਿਹੜਾ ਹੈ ਨਾ ਸਾਹ ਖਿੱਚ ਕੇ ਲੈ ਰਿਹਾ ਹੈ। ਉਹਨੂੰ ਇੱਕ ਟਰਮ ਦਿੱਤੀ ਗਈ ਹੈ ਸਟਰਾਈਡਰ, ਤੇ ਸਟਰਾਈਡਰ ਨੂੰ ਅਸੀਂ ਜਲਦੀ ਪਹਿਚਾਨਣ ਦੀ ਕੋਸ਼ਿਸ਼ ਕਰਦੇ ਹਾਂ ਤੇ ਇਮੀਡੀਏਟਲੀ ਸਾਨੂੰ ਕਈ ਵਾਰੀ ਇੱਥੇ ਰਸਤਾ ਬਣਾਉਣਾ ਪੈਂਦਾ ਹੈ ਆਰਟੀਫੀਸ਼ੀਅਲ ਹੋਲ ਕਰਕੇ ਕਿ ਪੇਸ਼ੈਂਟ ਨੂੰ ਜਿਹੜਾ ਹੈ ਸਾਹ ਆਏ। ਥਾਇਰਾਇਡ ਦਾ ਕੈਂਸਰ, ਗਲੇ ਦੇ ਵਿੱਚ ਇੱਥੇ ਗਲੈਂਡ ਹੁੰਦਾ ਹੈ, ਉਹਦਾ ਕੈਂਸਰ ਹੋ ਸਕਦਾ ਹੈ। ਤੇ ਇਹ ਕੁਝ ਲੱਛਣ ਨੇ ਜਿਹੜੇ ਕਿ ਪੇਸ਼ੈਂਟ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਲਦੀ ਪਹਿਚਾਨਣ। ਮੂੰਹ ਦੇ ਵਿੱਚ ਕਦੇ ਵੀ ਤੁਹਾਨੂੰ ਲੱਗੇ ਕੋਈ ਜ਼ਖਮ ਹੈ ਜਿਹੜਾ ਨਹੀਂ ਭਰ ਰਿਹਾ, 2-3 ਹਫ਼ਤੇ ਹੋ ਗਏ ਹੈ ਭਰਦਾ ਨਹੀਂ ਪਿਆ, ਤੁਸੀਂ ਇਮੀਡੀਏਟਲੀ ਆਓ। ਦੰਦ ਦੇ ਵਿੱਚ ਤੁਹਾਨੂੰ ਲੱਗਦਾ ਹੈ ਕੋਈ ਪ੍ਰੋਬਲਮ ਹੈ, ਹਿਲ ਰਿਹਾ ਹੈ, ਦੰਦ ਜਲਦੀ ਟੁੱਟ ਗਿਆ ਹੈ, ਉਹਨੂੰ ਜ਼ਰੂਰ ਤੁਸੀਂ ਡੈਂਟਿਸਟ ਨੂੰ ਦਿਖਾਓ। ਮੂੰਹ ਨੂੰ ਹਮੇਸ਼ਾ ਬਰਸ਼ ਕਰਨ ਤੋਂ ਬਾਅਦ ਇੱਕ ਵਾਰੀ ਖੋਲ ਕੇ ਦੇਖੋ ਕਿਤੇ ਕੋਈ ਚਿੱਟਾ ਦਾਗ, ਲਾਲ ਦਾਗ ਤੇ ਨਹੀਂ ਹੈਗਾ। ਜੇ ਇੱਦਾਂ ਦਾ ਕੁਝ ਹੈ ਤੁਸੀਂ ਇਮੀਡੀਏਟਲੀ ਸਾਡੇ ਕੋਲ ਆਓ। ਇੱਦਾਂ ਹੀ ਜੀਭ ਦੇ ਵਿੱਚ ਛਾਲਾ ਹੋ ਜਾਂਦਾ ਹੈ, ਪੇਸ਼ੈਂਟ ਜਿਹੜਾ ਹੈਗਾ ਨੇੜੇ ਦੀ ਦੁਕਾਨ ਤੇ ਚਲਾ ਜਾਂਦਾ ਹੈ, ਦਵਾਈ ਲੈ ਲੈਂਦਾ ਹੈ, ਠੀਕ ਹੋ ਜਾਂਦਾ ਹੈ, ਦੁਬਾਰਾ ਹੁੰਦੀ ਹੈ। ਸਾਡੇ ਕੋਲ ਜਦੋਂ ਆਉਂਦਾ ਹੈ ਉਸ ਵੇਲੇ ਆਉਂਦਾ ਹੈ ਜਦੋਂ ਛਾਲਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਕਈ ਵਾਰੀ ਉਹ ਛਾਲਾ ਸਪਰੈਡ ਹੋ ਕੇ ਵੀ ਗਲੇ ਦੇ ਵਿੱਚ ਗਿਲਟੀ ਦੇ ਰੂਪ 'ਚ ਪ੍ਰੈਜ਼ੈਂਟ ਕਰਦਾ ਹੈ। ਹੋਰ ਵੀ ਕਈ ਗਲੇ ਦੇ ਕੈਂਸਰ ਨੇ ਜਿਹੜੇ ਕਿ ਅੰਦਰੋਂ ਨਹੀਂ ਪਤਾ ਚੱਲਦੇ, ਬਾਹਰ ਜਦੋਂ ਗਿਲਟੀ ਨਿਕਲ ਜਾਂਦੀ ਹੈ ਫਿਰ ਪਤਾ ਚੱਲਦਾ ਹੈ। ਜੀ ਜੀ। ਮਤਲਬ ਇਹਨਾਂ ਚੀਜ਼ਾਂ ਨੂੰ ਜੇ ਅਸੀਂ ਪਹਿਚਾਨਾਂਗੇ ਤਾਂ ਹੀ ਜਲਦੀ ਇਲਾਜ ਹੋਏਗਾ। ਜੇ ਤੁਹਾਨੂੰ ਕੋਈ ਵੀ ਅਲਸਰ ਲੱਗ ਰਿਹਾ ਹੈ ਕਿ ਹੀਲ ਨਹੀਂ ਹੋ ਰਿਹਾ, ਠੀਕ ਨਹੀਂ ਹੋ ਰਿਹਾ, ਲੰਬੇ ਚਿਰ ਤੋਂ ਹੈ, ਤੁਸੀਂ ਉਹਦਾ ਟੈਸਟ ਕਰਾਓ। ਜੀ। ਤੇ ਇਸ ਤੋਂ ਬਾਅਦ ਜਿਹੜਾ ਟ੍ਰੀਟਮੈਂਟ ਸ਼ੁਰੂ ਹੋਏਗਾ ਤਾਂ ਇਲਾਜ ਪੂਰੀ ਤਰ੍ਹਾਂ ਜਿਹੜਾ ਹੈ ਉਹਨੂੰ ਅਸੀਂ ਈਜ਼ੀਲੀ ਕਰ ਸਕਦੇ ਹਾਂ। ਜੀ ਜੀ। ਤੇ ਇਸੇ ਤਰ੍ਹਾਂ ਡਾਕਟਰ ਸਾਹਿਬ ਜੇ ਫੇਫੜਿਆਂ ਦੇ ਕੈਂਸਰ ਦੀ ਗੱਲ ਕਰੀਏ ਤਾਂ ਫੇਫੜਿਆਂ ਦੇ ਕੈਂਸਰ ਦੇ ਕੀ ਲੱਛਣ ਨੇ? ਫੇਫੜਿਆਂ ਦੇ ਕੈਂਸਰ ਦਾ ਇੰਡੀਆ ਦੇ ਵਿੱਚ ਬਹੁਤ ਕਾਮਨ ਹੈ, ਪੇਸ਼ੈਂਟ ਸੋਚ ਲੈਂਦਾ ਹੈ ਟੀਬੀ ਹੈ।
ਠੀਕ ਹੈ, ਪੇਸ਼ੈਂਟ ਕਹਿ ਲੈਂਦਾ ਹੈ, ਮੈਨੂੰ ਜੀ TB ਹੋ ਗਈ ਹੈ ਤਾਂ ਕਰਕੇ ਸਾਹ ਨਹੀਂ ਆ ਰਿਹਾ। ਹਮੇਸ਼ਾ ਜੇ ਤੁਹਾਨੂੰ ਲੱਗਦਾ ਹੈ ਕਿ ਸਾਹ ਚੜਦਾ ਪਿਆ ਹੈ, ਖਾਂਸੀ ਆ ਰਹੀ ਹੈ, 3 ਹਫ਼ਤੇ ਤੋਂ ਜ਼ਿਆਦਾ ਹੋ ਗਏ ਹੈ, ਠੀਕ ਨਹੀਂ ਹੋ ਰਹੀ ਹੈ, ਬਲਗਮ ਦੇ ਵਿੱਚ ਤੁਹਾਨੂੰ ਬਲੱਡ ਆ ਰਿਹਾ ਹੈ, ਜਾਂ ਤੁਹਾਨੂੰ ਲੱਗਦਾ ਹੈ ਬਾਰ-ਬਾਰ ਬਲਗਮ ਆ ਰਹੀ ਹੈ, ਰਾਤੀ ਉੱਠਣਾ ਪੈ ਰਿਹਾ ਹੈ, ਵਜ਼ਨ ਘੱਟ ਹੋ ਰਿਹਾ ਹੈ, ਇਹ ਸਾਰੇ ਲੱਛਣ ਜਿਹੜੇ ਨੇ ਫੇਫੜੇ ਦੇ ਕੈਂਸਰ ਦੇ ਹੋ ਸਕਦੇ ਹੈ। ਬਟ ਬਿਲਕੁਲ ਇਹਦੇ ਕਲੋਜ਼ਲੀ ਨਾਲ ਜਿਹੜੇ TB ਦੇ ਲੱਛਣ ਮੈਚ ਕਰਦੇ ਹੈ। ਇਸ ਕਰਕੇ ਸਾਨੂੰ ਡਿਫਰੈਂਸ਼ੀਏਟ ਕਰਨਾ ਪੈਂਦਾ ਹੈ ਕਿ ਇਹ TB ਹੈ ਕਿ ਫੇਫੜੇ ਦਾ ਕੈਂਸਰ ਹੈ। ਜੀ ਜੀ। ਜੇ ਤੁਹਾਨੂੰ ਬਾਰ-ਬਾਰ ਡਾਕਟਰ ਬੁਲਾ ਰਿਹਾ ਹੈ ਜਾਂ ਤੁਹਾਨੂੰ ਕੋਰਸ TB ਦਾ ਦੇਣ ਤੋਂ ਬਾਵਜੂਦ ਵੀ ਆਰਾਮ ਨਹੀਂ ਆ ਰਿਹਾ, ਤੁਸੀਂ ਉਹਨੂੰ ਜ਼ਰੂਰ ਦੁਬਾਰਾ ਚੈੱਕ ਕਰਾਓ, ਕਿਉਂਕਿ ਉਹ ਕੈਂਸਰ ਫੇਫੜੇ ਦਾ ਹੋ ਸਕਦਾ ਹੈ। ਜੀ, ਤੇ ਜੇ ਫੇਫੜੇ ਦਾ ਕੈਂਸਰ ਕਿਸੇ ਕਾਰਨ ਆਂਦਾ ਹੈ ਤੇ ਅੱਗੇ ਉਹ ਕਿਸ ਤਰ੍ਹਾਂ ਟੈਸਟ ਕੀਤਾ ਜਾਂਦਾ ਹੈ ਤੇ ਇਲਾਜ ਕਿਸ ਤਰ੍ਹਾਂ ਸੰਭਵ ਹੋ ਪਾਉਂਦਾ? ਓਕੇ, ਉਹਦੇ ਵਿੱਚ ਵੀ ਹੁਣ ਸਾਡੇ ਕੋਲ ਬਹੁਤ ਵਧੀਆ ਤਕਨੀਕਸ ਅਵੇਲੇਬਲ ਨੇ। ਸਭ ਤੋਂ ਪਹਿਲਾਂ ਅਸੀਂ ਇੱਕ ਸਿੰਪਲ ਐਕਸ-ਰੇ ਕਰਕੇ ਦੇਖਦੇ ਹਾਂ ਛਾਤੀ ਦਾ, ਫਿਰ ਉਸ ਤੋਂ ਬਾਅਦ CT ਸਕੈਨ ਕਰਕੇ ਦੇਖਦੇ ਹਾਂ, ਜਿਹਦੇ ਵਿੱਚ ਸਾਨੂੰ ਡਿਟੇਲਸ ਪਤਾ ਚੱਲ ਜਾਂਦੇ ਹੈ। ਜੇ ਕੈਂਸਰ ਜਿਹੜਾ ਹੈ ਉਹ ਅੰਦਰ ਦੀ ਤਰਫ ਜਿਹੜੀ ਸਾਡੀ ਸਾਹ ਦੀਆਂ ਨਲਕੀਆਂ ਹੈਗੀਆਂ ਉਹਦੇ ਕੋਲ ਹੈ, ਤੇ ਅਸੀਂ ਇੱਕ ਟੈਸਟ ਹੁੰਦਾ ਜਿਹਨੂੰ ਕਹਿੰਦੇ ਬ੍ਰੋਂਕੋਸਕੋਪੀ, ਦੂਰਬੀਨ ਪਾ ਕੇ ਅੰਦਰ ਫੇਫੜੇ ਦੇ ਅਸੀਂ ਦੇਖ ਲੈਂਦੇ ਹਾਂ ਕਿ ਅੱਛਾ ਇੱਥੇ ਰਸੌਲੀ ਹੈ, ਉੱਥੋਂ ਅਸੀਂ ਥੋੜਾ ਜਿਹਾ ਪਾਣੀ ਜਾਂ ਟੁਕੜਾ ਲੈ ਕੇ ਟੈਸਟ ਵਾਸਤੇ ਭੇਜ ਦਿੰਦੇ ਹਾਂ। ਜੇ ਉਹ ਬਾਹਰਲੇ ਪਾਸੇ ਗਿਲਟੀ ਹੈਗੀ ਤੇ ਅਸੀਂ ਅਗੇਨ CT ਸਕੈਨ ਜਾਂ ਅਲਟਰਾਸਾਊਂਡ ਦੀ ਮਸ਼ੀਨ ਦੇ ਨਾਲ ਨੀਡਲ ਪਾ ਕੇ ਉਸ ਗਿਲਟੀ ਚੋਂ ਟੈਸਟ ਲੈ ਲੈਂਦੇ ਹਾਂ। ਕਈ ਵਾਰੀ ਫੇਫੜੇ ਦੇ ਵਿੱਚ ਪਾਣੀ ਭਰ ਜਾਂਦਾ ਹੈ ਜੀ, ਫਿਰ ਅਸੀਂ ਪਾਣੀ ਦਾ ਟੈਸਟ ਵੀ ਕਰ ਸਕਦੇ ਹਾਂ, ਉਹਦੇ ਵਿੱਚ ਵੀ ਕਈ ਵਾਰੀ ਕਲੀਅਰ ਹੋ ਜਾਂਦਾ ਹੈ। ਜੀ, ਤੇ ਜੇ ਕੀਮੋਥੈਰੇਪੀ ਦੀ ਗੱਲ ਕਰੀਏ ਕਿ ਹਰ ਤਰ੍ਹਾਂ ਦੇ ਕੈਂਸਰ ਦੇ ਮਰੀਜ਼ ਨੂੰ ਕੀਮੋਥੈਰੇਪੀ ਨਾਲ ਗੁਜ਼ਰਨਾ ਪੈਂਦਾ? ਕੋਈ ਜ਼ਰੂਰੀ ਨਹੀਂ। ਅੱਜ ਕੱਲ ਟਾਰਗੇਟ ਥੈਰੇਪੀ ਵੀ ਆ ਗਈ ਹੈ, ਜਿਹਦੇ ਵਿੱਚ ਅਸੀਂ ਸਪੈਸ਼ਲੀ ਜਿੱਦਾਂ ਫੇਫੜੇ ਦੇ ਕੈਂਸਰ ਦੇ ਵਿੱਚ ਬਹੁਤ ਸਾਰੇ ਪੇਸ਼ੈਂਟਸ ਇਦਾਂ ਦੇ ਹੈ ਜਿਹੜੇ ਸਿਰਫ ਇਸ ਵੇਲੇ ਟੈਬਲੇਟ ਦੇ ਨਾਲ ਚੱਲ ਰਹੇ ਹੈ। ਜੀ ਜੀ। ਉਹਨਾਂ ਨੂੰ ਕੋਈ ਗਲੂਕੋਜ਼ ਰਾਹੀਂ ਕੀਮੋਥੈਰੇਪੀ ਲਗਾਉਣ ਦੀ ਲੋੜ ਨਹੀਂ ਪਈ। ਬਸ ਇਹ ਹੈ ਕਿ ਟੁਕੜਾ ਜਿਹੜਾ ਅਸੀਂ ਟੈਸਟ ਵਾਸਤੇ ਲੈਂਦੇ ਆ, ਉਹਦੇ ਉੱਤੇ ਅੱਜ ਕੱਲ ਹੋਰ ਟੈਸਟ ਹੁੰਦੇ ਹੈ ਜਿਹਦੇ ਨਾਲ ਇਹ ਪਤਾ ਚੱਲ ਜਾਂਦਾ ਹੈ ਕਿ ਇਹ ਵਾਲੇ ਕੈਂਸਰ ਨੂੰ ਕਿੱਦਾਂ ਦੀ ਗੋਲੀ ਸੂਟ ਕਰੇਗੀ ਜਾਂ ਕਿੱਦਾਂ ਦੀ ਕੀਮੋਥੈਰੇਪੀ ਸੂਟ ਕਰੇਗੀ। ਜੀ, ਜਿਹੜਾ ਰਿਜ਼ਲਟ ਆਂਦਾ ਹੈ ਉਸ ਹਿਸਾਬ ਨਾਲ ਅਸੀਂ ਟਾਰਗੇਟ ਥੈਰੇਪੀ ਦਿੰਦੇ ਆ। ਜੀ, ਅੱਜ ਕੱਲ ਬਹੁਤ ਵਧੀਆ ਤਰੀਕੇ ਨਾਲ ਟ੍ਰੀਟਮੈਂਟ ਹੁੰਦਾ ਹੈ। ਹਰ ਇੱਕ ਪੇਸ਼ੈਂਟ ਦਾ ਟ੍ਰੀਟਮੈਂਟ ਜਿਹੜਾ ਹੈ ਟੇਲਰ ਮੇਡ ਹੈ। ਤੁਹਾਡਾ ਜੇ ਇੱਕ ਪੇਸ਼ੈਂਟ ਫੇਫੜੇ ਦੇ ਕੈਂਸਰ ਦਾ ਹੈ, ਉਹਦਾ ਟ੍ਰੀਟਮੈਂਟ ਤੇ ਇੱਕ ਦੂਜਾ ਪੇਸ਼ੈਂਟ ਫੇਫੜੇ ਦੇ ਕੈਂਸਰ ਹੈ, ਦੋਨੋਂ ਦਾ ਟ੍ਰੀਟਮੈਂਟ ਵੱਖਰੇ ਵੱਖਰੇ ਤਰੀਕੇ ਨਾਲ ਕੀਤਾ ਜਾਏਗਾ। ਬਿਕੋਜ਼ ਉਹਨਾਂ ਦੇ ਕੈਂਸਰ ਨੂੰ ਪਹਿਲਾਂ ਸਟੱਡੀ ਕਰਾਂਗੇ, ਦੇਖਾਂਗੇ ਕਿ ਉਹ ਜਿਹੜੇ ਬਿਮਾਰੀ ਹੈ ਉਹ ਕਿੰਨੂੰ ਰਿਸਪੌਂਸ ਦੇਗੀ, ਉਸ ਹਿਸਾਬ ਨਾਲ ਫਿਰ ਟ੍ਰੀਟਮੈਂਟ ਕਰਾਂਗੇ। ਫੇਫੜੇ ਦੇ ਕੈਂਸਰ ਦੇ ਵਿੱਚ ਬਹੁਤ ਵਧੀਆ ਟ੍ਰੀਟਮੈਂਟ ਅਵੇਲੇਬਲ ਹੈ। ਮੈਂ ਤੁਹਾਨੂੰ ਦੱਸਿਆ ਅੱਜ ਕੱਲ ਟੈਸਟ ਕਰਾਉਣ ਦੇ ਨਾਲ ਕਈ ਪੇਸ਼ੈਂਟ ਸਪੈਸ਼ਲੀ ਲੇਡੀ ਪੇਸ਼ੈਂਟਸ ਜਿਨ੍ਹਾਂ ਨੇ ਕਦੀ ਸਮੋਕਿੰਗ ਨਹੀਂ ਕੀਤੀ, ਉਹਨਾਂ ਨੂੰ ਅਸੀਂ ਗੋਲੀ ਦੇ ਨਾਲ ਟ੍ਰੀਟ ਕਰ ਰਹੇ ਹਾਂ। ਸਾਡੇ ਕੋਲ ਵੱਖਰੇ ਵੱਖਰੇ ਕਿਸਮ ਦੀ ਗੋਲੀਆਂ ਹੈਗੀਆਂ, ਅਸੀਂ ਉਹਦੇ ਨਾਲ ਟ੍ਰੀਟ ਕਰ ਰਹੇ ਹਾਂ, ਉਹਦੇ ਨਾਲ ਰਿਸਪੌਂਸ ਬਹੁਤ ਵਧੀਆ ਆਉਂਦਾ ਹੈ। ਜੀ, ਇੱਕ ਨਵੀਂ ਚੀਜ਼ ਆਈ ਹੈ ਇਮਿਊਨੋਥੈਰੇਪੀ, ਜਿਹੜੀ ਕਿ ਫੇਫੜੇ ਦੇ ਕੈਂਸਰ ਦੇ ਵਿੱਚ ਬਹੁਤ ਅੱਛੀ ਸਾਬਿਤ ਹੋਈ ਹੈ। ਉਹ ਅਸੀਂ ਹੁਣ ਯੂਜ਼ ਕਰ ਰਹੇ ਹਾਂ ਇਮਿਊਨੋਥੈਰੇਪੀ, ਤੇ ਕਦੇ ਕਦੇ ਅਸੀਂ ਮਿਕਸ ਕਰਕੇ ਕੀਮੋਥੈਰੇਪੀ ਦੇ ਨਾਲ ਫਿਰ ਬਾਅਦ 'ਚ ਇਮਿਊਨੋਥੈਰੇਪੀ ਉਹ ਵੀ ਕਰ ਲੈਂਦੇ ਹਾਂ ਕੰਬੀਨੇਸ਼ਨ। ਤੇ ਇਸ ਕਰਕੇ ਹੁਣ ਜਿਹੜੇ ਫੇਫੜੇ ਦੇ ਪੇਸ਼ੈਂਟ ਪਹਿਲਾਂ ਅਸੀਂ ਕਹਿੰਦੇ ਸੀਗੇ ਕਿ ਇਲਾਜ ਅੱਛੇ ਤਰੀਕੇ ਨਾਲ ਨਹੀਂ ਹੋ ਸਕਦਾ, ਹੁਣ ਸਾਡੇ ਕੋਲ ਬਹੁਤ ਵਧੀਆ ਇਲਾਜ ਹੈ, ਬਹੁਤ ਵਧੀਆ ਜਿਹੜਾ ਇਲਾਜ ਹੈ ਉਹ ਉਪਲਬਧ ਹੈ। ਤੇ ਇਸੇ ਤਰ੍ਹਾਂ ਲਗਾਤਾਰ ਜਿਸ ਤਰ੍ਹਾਂ ਕੈਂਸਰ ਦੀ ਅਸੀਂ ਗੱਲ ਕਰ ਰਹੇ ਹਾਂ, ਕੀਮੋਥੈਰੇਪੀ ਦੀ ਵਿੱਚ ਗੱਲ ਹੋਈ, ਤੇ ਜਦੋਂ ਕੀਮੋ ਦੀ ਗੱਲ ਹੁੰਦੀ ਹੈ ਨਾ, ਤੇ ਇੱਕ ਦੁਖਦਾਈ ਗੱਲ ਜਾਂ ਇੱਕ ਡਰਾਵਨਾ ਜਿਹਾ ਚਿਹਰਾ ਉਹ ਨਜ਼ਰ ਆਉਂਦਾ ਹੈ ਕਿ ਜਦੋਂ ਪੇਸ਼ੈਂਟ ਇਹ ਸੋਚਦਾ ਹੈ ਕਿ ਹੁਣ ਮੇਰੇ ਬਾਲ ਜਿਹੜੇ ਹੈ ਉਹ ਸਾਰੇ ਝੜ ਜਾਣਗੇ ਤੇ ਸ਼ਾਇਦ ਹੁਣ ਮੈਨੂੰ ਜ਼ਿੰਦਗੀ ਇਦਾਂ ਹੀ ਕੱਟਣੀ ਪਏਗੀ। ਮੈਂ ਤੁਹਾਨੂੰ ਦੱਸਿਆ ਕਿ ਹੁਣ ਇਸ ਵੇਲੇ ਸਾਡੇ ਕੋਲ ਟ੍ਰੀਟਮੈਂਟ ਵਾਸਤੇ ਪਹਿਲਾਂ ਹੁੰਦਾ ਸੀਗਾ ਕਿ ਕੀਮੋਥੈਰੇਪੀ ਦੇ ਵਿੱਚ ਸਾਡੇ ਕੋਲ ਕੁਝ ਹੀ ਦਵਾਈਆਂ ਸੀਗੀਆਂ ਜਿਹੜੀ ਅਸੀਂ ਦਿੰਦੇ ਸੀਗੇ। ਹੁਣ ਦਵਾਈਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਰਿਸਰਚ ਹੋ ਚੁੱਕੀ ਹੈ। ਕੁਝ ਦਵਾਈਆਂ ਇੱਦਾਂ ਦੀਆਂ ਜਿਹਦੇ ਵਿੱਚ ਮਿਕਸ ਕਰਨ ਵਾਲੀ ਦਵਾਈ ਇੱਦਾਂ ਦੀ ਆ ਗਈ ਹੈ ਕਿ ਜਿਹਦੇ ਨਾਲ ਬਾਲ ਨਹੀਂ ਝੜਦੇ। ਜਿੱਦਾਂ ਐਲਬਿਊਮਿਨ ਬਾਉਂਡ ਜਿਹਨੂੰ ਕਹਿੰਦੇ ਆ, ਉਹ ਅਸੀਂ ਮੈਡੀਸਿਨਸ ਬਣਾਈਆਂ, ਉਹਦੇ ਨਾਲ ਜਿਹੜਾ ਹੈਗਾ ਬਾਲ ਝੜਨ ਦੀ ਜਿਹੜੀ ਸੀਗੀ ਇੱਕ ਪ੍ਰੋਬਲਮ, ਉਹ ਕਾਫੀ ਹੱਦ ਤੱਕ ਅਸੀਂ ਕੰਟਰੋਲ ਕਰ ਲਈ ਹੈ। ਦੂਜਾ ਟਾਰਗੇਟ ਥੈਰੇਪੀ, ਇਹ ਜਿਹੜੀ ਟਾਰਗੇਟ ਥੈਰੇਪੀ ਦਿੰਦੇ ਆ, ਇਹਦੇ ਨਾਲ ਵੀ ਤੁਹਾਡੇ ਬਾਲ ਜਿਹੜੇ ਨੇ ਨਹੀਂ ਝੜਦੇ। ਬਟ ਮੈਂ ਇਹ ਨਹੀਂ ਕਹਾਂਗੀ ਕਿ ਸਾਰੇ ਕੇਸਿਸ ਦੇ ਵਿੱਚ ਇਹ ਉਪਲਬਧ ਹੈ। ਕਈ ਕੇਸਿਸ ਦੇ ਵਿੱਚ ਸਾਨੂੰ ਕੀਮੋਥੈਰੇਪੀ ਇੱਦਾਂ ਦੀ ਦੇਣੀ ਪੈਂਦੀ ਹੈ ਜਿਹਦੇ ਵਿੱਚ ਬਾਲ ਝੜਦੇ ਹੈ, ਬਟ ਇਹ ਟੈਂਪਰੇਰੀ ਹੈ। ਜਿੱਦਾਂ ਹੀ ਤੁਹਾਡੀ ਕੀਮੋਥੈਰੇਪੀ ਬੰਦ ਹੋ ਜਾਏਗੀ, ਤੁਹਾਡੇ ਨਵੇਂ ਬਾਲ ਆ ਜਾਣਗੇ ਤੇ ਨਾਰਮਲ ਗਰੋਥ ਹੋਏਗੀ ਬਾਲਾਂ ਦੀ। ਤੇ
ਇਟ ਇਜ਼ ਓਨਲੀ ਅ ਟੈਂਪਰੇਰੀ ਫੇਜ਼, ਇਹ ਕੋਈ ਪਰਮਾਨੈਂਟ ਨਹੀਂ ਹੈ। ਜਿੱਦਾਂ ਇੱਕ ਫਾਈਟਰ ਜਿਹੜਾ ਹੈਗਾ ਉਹ ਆਪਣਾ ਉਹਨੂੰ ਪਤਾ ਹੁੰਦਾ ਹੈ ਕਿ ਮੈਂ ਹੁਣ ਜੰਗ ਤੇ ਚੱਲਿਆ ਤੇ ਇਹ ਟਾਈਮ ਹੈਗਾ ਮੇਰਾ, ਉਸ ਤੋਂ ਬਾਅਦ ਮੈਂ ਘਰ ਚਲੇ ਜਾਣਾ ਹੈ ਜੀ। ਉੱਦਾਂ ਹੀ ਪੇਸ਼ੈਂਟ ਵਾਸਤੇ ਵੀ ਹੈ, ਇਹ ਇੱਕ ਤਪੱਸਿਆ ਹੈ ਪੇਸ਼ੈਂਟ ਦੀ, ਜਿਹਨੂੰ ਕਿ ਕੰਪਲੀਟ ਕਰਨਾ ਹੈ, ਟ੍ਰੀਟਮੈਂਟ ਕਰਨਾ ਹੈ, ਆਪਣੇ ਲਈ ਕਰਨਾ ਹੈ। ਤੇ ਇੱਕ ਵਾਰੀ ਉਹ ਕੰਪਲੀਟ ਹੋ ਜਾਏ, ਉਸ ਤੋਂ ਬਾਅਦ ਤੁਹਾਡੇ ਵਾਲ ਵੀ ਆ ਜਾਣਗੇ, ਬਿਲਕੁਲ ਨਾਰਮਲ ਤੁਸੀਂ ਲੱਗੋਗੇ, ਨਾਰਮਲ ਲਾਈਫ ਸਟਾਈਲ ਰਹੇਗਾ ਤੁਹਾਡਾ। ਤੇ ਬੋਲਡਲੀ ਇਹਨੂੰ ਫੇਸ ਕਰੋ। ਜੀ ਅਸੀਂ ਇਹੀ ਪੇਸ਼ੈਂਟਸ ਨੂੰ ਮੋਟੀਵੇਟ ਕਰਦੇ ਹਾਂ ਕਿ ਇਹਨੂੰ ਬੋਲਡਲੀ ਫੇਸ ਕਰਨਾ ਹੈ। ਕੋਈ ਇੱਦਾਂ ਦੀ ਗੱਲ ਨਹੀਂ, ਕੋਈ ਸਟਿਗਮਾ ਨਹੀਂ ਹੈਗਾ ਇਸ ਵੇਲੇ ਕਿ ਬਈ ਮੇਰੇ ਬਾਲ ਝੜ ਜਾਣਗੇ ਤੇ ਲੋਕਾਂ ਨੂੰ ਲੱਗੇਗਾ ਕਿ ਮੈਨੂੰ ਕੈਂਸਰ ਹੋ ਗਿਆ। ਮੇਰਾ ਖਿਆਲ ਹੈ ਸਾਡੇ ਜਿਹੜੇ ਟੀਵੀ ਦੇ ਐਕਟਰ ਐਕਟਰੈਸਿਸ ਹੈ ਨਾ, ਅਬਰੋਡ ਦੇ ਵਿੱਚ ਕਈ ਐਕਟਰੈਸਿਸ, ਉਹਨਾਂ ਨੇ ਬੜਾ ਬੋਲਡ ਸਟੇਟਮੈਂਟ ਦਿੱਤਾ ਹੈ ਕਿ ਕੀਮੋਥੈਰੇਪੀ ਦੇ ਨਾਲ ਅਸੀਂ ਘਬਰਾਉਣਾ ਨਹੀਂ ਹੈ। ਜੇ ਵਾਲ ਚਲੇ ਵੀ ਗਏ ਹੈ, ਉਹਨਾਂ ਨੇ ਉਹਨੂੰ ਵੀ ਬੜੇ ਚੰਗੇ ਤਰੀਕੇ ਨਾਲ ਫਲੌਂਟ ਕੀਤਾ ਹੈ ਤੇ ਦਿਖਾਇਆ ਹੈ ਕਿ ਇਹਦੇ ਵਿੱਚ ਕੋਈ ਪਰੇਸ਼ਾਨ ਹੋਣ ਦੀ ਗੱਲ ਨਹੀਂ ਹੈ। ਜੀ ਜੀ, ਬਿਲਕੁਲ ਤੁਸੀਂ ਠੀਕ ਕਿਹਾ। ਤੇ ਇਸ ਤਰ੍ਹਾਂ ਰੇਡੀਏਸ਼ਨ ਦੀ ਗੱਲ ਕਰੀਏ ਹੈ ਨਾ, ਜਿਸ ਨੂੰ ਰੇਡੀਓਥੈਰੇਪੀ ਵੀ ਸ਼ਾਇਦ ਕਹਿੰਦੇ ਨੇ ਹੈ ਨਾ, ਤੇ ਇਹਦੇ ਵਿੱਚ ਕੀ ਹੁੰਦਾ ਹੈ? ਰੇਡੀਏਸ਼ਨ ਦੀ ਲੋੜ ਵੀ ਪੈਂਦੀ ਹੈ ਹਰ ਇੱਕ ਪੇਸ਼ੈਂਟ ਨੂੰ? ਬਿਲਕੁਲ, ਰੇਡੀਏਸ਼ਨ ਇੱਕ ਬਹੁਤ ਇੰਪੋਰਟੈਂਟ ਟ੍ਰੀਟਮੈਂਟ ਹੈ ਕੈਂਸਰ ਦੇ ਵਿੱਚ। ਦੇਖੋ, ਰੇਡੀਏਸ਼ਨ ਇੱਦਾਂ ਦਾ ਟ੍ਰੀਟਮੈਂਟ ਹੈ ਜਿਹਦੇ ਵਿੱਚ ਨਾ ਤੁਸੀਂ ਚਾਕੂ ਚਲਾਉਣਾ ਹੈ, ਨਾ ਕੋਈ ਚੀਰ ਫਾੜ ਕਰਨੀ ਹੈ। ਬੋਡੀ ਦੇ ਅੰਦਰ ਰੇਜ਼ ਜਾਣਗੀਆਂ ਤੇ ਉਹ ਕੈਂਸਰ ਦੇ ਸੈੱਲ ਨੂੰ ਖਤਮ ਕਰ ਦੇਣਗੀਆਂ। ਇੰਨਾ ਵਧੀਆ ਟ੍ਰੀਟਮੈਂਟ ਹੁਣ ਅੱਜ ਕੱਲ੍ਹ ਆ ਗਿਆ ਹੈ, ਮਸ਼ੀਨਾਂ ਇੰਨੀਆਂ ਐਡਵਾਂਸਡ ਹੋ ਗਈਆਂ ਕਿ ਤੁਸੀਂ ਪਰਟੀਕੂਲਰਲੀ ਜਿਹੜਾ ਤੁਹਾਡਾ ਕੈਂਸਰ ਵਾਲਾ ਏਰੀਆ ਹੈ, ਸਿਰਫ ਉਹਨੂੰ ਟਾਰਗੇਟ ਕਰਦੇ ਹੋ। ਆਲੇ ਦੁਆਲੇ ਤੁਹਾਡੇ ਜਿਹੜੇ ਨਾਰਮਲ ਸੈੱਲ ਨੂੰ ਤੁਸੀਂ ਬਿਲਕੁਲ ਨਹੀਂ ਛੇੜਦੇ। ਬਹੁਤ ਟਾਰਗੇਟ ਟ੍ਰੀਟਮੈਂਟ ਹੋ ਗਿਆ ਹੈ। ਇਹਨੂੰ ਤੁਸੀਂ IMRT, ਇਮੇਜ ਗਾਈਡਡ ਰੇਡੀਓਥੈਰੇਪੀ, IGRT ਜਿਹਨੂੰ ਕਹਿੰਦੇ ਆ, ਉਹ ਹੋ ਗਿਆ ਹੈ। ਤੇ ਅੱਜ ਕੱਲ੍ਹ ਪ੍ਰੋਟੋਨ ਬੀਮ ਆ ਗਏ ਹੈ। ਪਹਿਲਾਂ ਅਸੀਂ ਸਿਰਫ ਐਕਸਰੇਜ਼ ਯੂਜ਼ ਕਰਦੇ ਸੀਗੇ, ਅੱਜ ਕੱਲ੍ਹ ਅਸੀਂ ਪ੍ਰੋਟੋਨ ਬੀਮ ਵੀ ਯੂਜ਼ ਕਰਦੇ ਹਾਂ, ਜਿਹਦੇ ਵਿੱਚ ਜਿੱਦਾਂ ਬ੍ਰੇਨ ਦੇ ਵਿੱਚ ਕੁਝ ਰਸੌਲੀਆਂ ਹੈਗੀਆਂ, ਪਹਿਲਾਂ ਅਸੀਂ ਟ੍ਰੀਟਮੈਂਟ ਕਰਦੇ ਸੀਗੇ ਬ੍ਰੇਨ ਦਾ ਜਿਹੜਾ ਆਲੇ ਦੁਆਲੇ ਦਾ ਹਿੱਸਾ ਸੀਗਾ, ਉਹਨੂੰ ਵੀ ਰੇਡੀਏਸ਼ਨ ਦਾ ਇਫੈਕਟ ਹੁੰਦਾ ਸੀਗਾ। ਹੁਣ ਇੱਦਾਂ ਦਾ ਕੁਝ ਨਹੀਂ ਹੁੰਦਾ, ਸਿਰਫ ਉਹ ਬਿਲਕੁਲ ਜਿੱਦਾਂ ਲੇਜ਼ਰ ਦੇ ਨਾਲ ਟ੍ਰੀਟਮੈਂਟ ਕਰੀਦਾ ਹੈ, ਤੁਸੀਂ ਸਮਝ ਲਓ ਬਿਲਕੁਲ ਉੱਦਾਂ ਦਾ ਹੀ ਹੈ ਟ੍ਰੀਟਮੈਂਟ। ਪਰਟੀਕੂਲਰਲੀ ਉਸ ਪਲੇਸ ਦੇ ਵਿੱਚ ਜਾ ਕੇ ਉਹ ਉਸ ਬਿਮਾਰੀ ਨੂੰ ਖਤਮ ਕਰੇਗੀ ਤੇ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ ਹੈ। ਨਾਲੇ ਪੇਸ਼ੈਂਟ ਜਿਹੜਾ ਹੈਗਾ ਉਹਨੂੰ ਕੋਈ ਹਸਪੀਟਲ ਸਟੇ ਦੀ ਲੋੜ ਨਹੀਂ। ਜਿੱਦਾਂ ਸਰਜਰੀ ਹੁੰਦੀ ਹੈ, ਪੇਸ਼ੈਂਟ ਨੂੰ ਰਹਿਣਾ ਪੈਂਦਾ ਹੈ ਹਸਪੀਟਲ ਦੇ, ਪੇਸ਼ੈਂਟ ਆਉਂਦਾ ਹੈ, ਕਰਵਾਉਂਦਾ ਹੈ ਤੇ ਘਰ ਨੂੰ ਚਲਾ ਜਾਂਦਾ ਹੈ। ਜੀ, ਕੋਈ ਸਕਿਨ ਚੀਰਫਾੜ ਨਹੀਂ ਹੁੰਦੀ। ਬਹੁਤ ਵਧੀਆ ਟ੍ਰੀਟਮੈਂਟ ਹੈ। ਕੁਝ ਕੇਸਿਸ ਦੇ ਵਿੱਚ ਬਹੁਤ ਇੰਪੋਰਟੈਂਟ ਹੈ, ਇਹਨੂੰ ਜ਼ਰੂਰ ਇਨਕਲੂਡ ਕਰਨਾ ਚਾਹੀਦਾ ਹੈ। ਜੀ ਜੀ। ਤੇ ਮਤਲਬ ਅੱਜ ਦੇ ਸਮੇਂ ਦੀ ਜੇ ਗੱਲ ਕਰੀਏ ਤੇ ਜੇ ਖੁਦਾ ਨਾ ਖਾਸਾ ਕਿਸੇ ਨੂੰ ਇਹ ਸਮੱਸਿਆ ਆਂਦੀ ਹੈ ਤੇ ਇਲਾਜ ਜਿਹੜਾ ਹੈ ਉਹ ਪੂਰੀ ਤਰ੍ਹਾਂ ਸੰਭਵ ਹੈ? ਬਿਲਕੁਲ ਬਿਲਕੁਲ ਸੰਭਵ ਹੈ ਜੀ, ਕਿਉਂਕਿ ਆਮ ਤੌਰ ਤੇ ਲੋਕਾਂ ਦੇ ਮਨ ਦੇ ਵਿੱਚ ਕੈਂਸਰ ਨੂੰ ਲੈ ਕੇ ਕਈ ਤਰ੍ਹਾਂ ਦੇ ਡਰ ਜਿਹੜੇ ਬੈਠੇ ਹੁੰਦੇ ਨੇ ਕਿ ਇਲਾਜ ਨਹੀਂ ਹੋ ਪਾਏਗਾ ਜਾਂ ਜ਼ਿੰਦਗੀ ਹੁਣ ਜ਼ਿਆਦਾ ਨਹੀਂ ਚੱਲੇਗੀ। ਤੇ ਇਹਦੇ ਲਈ ਸੁਚੇਤ ਹੋਣਾ, ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਉਹੀ ਸਾਡਾ ਮੋਟਿਵ ਹੈ। ਉਹ ਜਿਹੜਾ ਕਲੋਜ਼ ਦੀ ਕੇਅਰ ਗੈਪ, ਕਿ ਗੈਪ ਨੂੰ ਕੱਟ ਕਰੋ, ਕੰਮ ਕਰੋ। ਇਹੀ ਰੀਜ਼ਨ ਹੈ ਕਿ ਉਹਨਾਂ ਨੇ ਇਹ ਤੁਹਾਨੂੰ ਮਿਸ਼ਨ ਦਿੱਤਾ ਹੈ ਕਿ ਕਲੋਜ਼ ਕਰੋ ਇਸ ਗੈਪ ਨੂੰ। ਪੇਸ਼ੈਂਟਸ ਨੂੰ ਅਪਰੋਚ ਕਰੋ ਮੀਡੀਆ ਦੇ ਥਰੂ ਜਾਂ ਕਿਸੇ ਵੀ ਇੰਟਰਵਿਊਜ਼ ਦੇ ਥਰੂ, ਤਾਂ ਕਿ ਪੇਸ਼ੈਂਟ ਨੂੰ ਲੱਗੇ ਕਿ ਇੰਨਾ ਮੁਸ਼ਕਿਲ ਨਹੀਂ ਹੈ ਇਲਾਜ ਕਰਨਾ, ਹੈ ਨਾ। ਬਸ ਮੈਨੂੰ ਇੱਕ ਵਾਰੀ ਹਸਪੀਟਲ ਜਾਂ ਡਾਕਟਰ ਨੂੰ ਦਿਖਾਉਣ ਦੀ ਲੋੜ ਹੈ। ਇਸੇ ਤਰ੍ਹਾਂ ਜਿਸ ਇੱਕ ਏਜ ਤੋਂ ਬਾਅਦ ਐਲਡਰਲੀ ਪੀਪਲ ਦੀ, ਜੇ ਵੱਡੀ ਉਮਰ ਦੇ ਲੋਕਾਂ ਦੀ ਗੱਲ ਕਰੀਏ, ਕਿ ਉਹਨਾਂ ਨੂੰ ਕੈਂਸਰ ਦਾ ਖਤਰਾ ਜ਼ਿਆਦਾ ਹੋ ਜਾਂਦਾ? ਇੱਕ ਆਮ ਧਾਰਨਾ ਹੈ ਕਿ ਕੈਂਸਰ ਜਿਹੜਾ ਹੈਗਾ ਉਹ ਐਲਡਰਲੀ ਪੇਸ਼ੈਂਟਸ ਦਾ ਬਿਮਾਰੀ ਹੈ, ਜਦ ਕਿ ਹੁਣ ਯੰਗ ਪੇਸ਼ੈਂਟਸ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਕੈਂਸਰ ਆ ਜਾਂਦਾ ਹੈ। ਬਟ ਐਲਡਰਲੀ ਪੇਸ਼ੈਂਟ, ਸਪੈਸ਼ਲੀ ਜੇ ਤੁਸੀਂ ਮੇਲ ਪੇਸ਼ੈਂਟਸ ਦੀ ਗੱਲ ਕਰੋ, ਗਦੂਦਾ ਦਾ ਕੈਂਸਰ ਇਹ ਬੜਾ ਕਾਮਨਲੀ ਦੇਖਿਆ ਜਾਂਦਾ ਹੈ। ਪੇਸ਼ੈਂਟਸ ਜਿਹੜੇ ਕਿ 70 ਪਲੱਸ ਹੈਗੇ ਹੈ, ਉਹ ਸਾਡੇ ਕੋਲ ਆਉਂਦੇ ਆ, ਪਿਸ਼ਾਬ ਦੀ ਧਾਰ ਠੀਕ ਨਹੀਂ ਬਣਦੀ ਹੈ ਨਾ, ਰਾਤ ਨੂੰ ਬਾਰ-ਬਾਰ ਉੱਠ ਕੇ ਪਿਸ਼ਾਬ ਜਾਣਾ ਪੈਂਦਾ ਹੈ, ਪਿਸ਼ਾਬ ਦੇ ਵਿੱਚ ਲਾਲੀ ਹੈਗੀ ਹੈ, ਕਮਰ ਦੇ ਵਿੱਚ ਦਰਦ ਹੋ ਰਿਹਾ ਹੈ। ਇਹ ਸਾਰੇ ਲੱਛਣ ਨੇ ਕਿ ਪ੍ਰੋਸਟੇਟ, ਗਦੂਦਾਂ ਦਾ ਕੈਂਸਰ ਹੋ ਸਕਦਾ ਹੈ। ਇੱਕ ਹੋਰ ਇਹਦੇ ਵਿੱਚ ਬਿਮਾਰੀ ਹੁੰਦੀ ਹੈ ਜਿਹਦੇ ਵਿੱਚ ਪ੍ਰੋਸਟੇਟ ਦਾ ਸਾਈਜ਼ ਵੱਧ ਜਾਂਦਾ ਹੈ, ਉਹਨੂੰ ਬਿਨਾਈਨ ਪ੍ਰੋਸਟੇਟਿਕ ਹਾਈਪਰਟ੍ਰੋਫੀ ਅਸੀਂ ਕਹਿੰਦੇ ਹਾਂ। ਤੁਸੀਂ ਆਪਣੇ ਪਿਸ਼ਾਬ ਵਾਲੇ ਸਪੈਸ਼ਲਿਸਟ ਡਾਕਟਰ ਕੋਲ ਜਾ ਸਕਦੇ ਹੋ, ਉਹਨੂੰ ਚੈੱਕ ਕਰਾ ਸਕਦੇ ਹੋ। ਉਹ ਆਪੇ ਦੇਖ ਕੇ ਤੁਹਾਨੂੰ ਦੱਸੇਗਾ ਕਿ ਇਹ
ਗਦੂਦਾਂ ਦਾ ਕੈਂਸਰ ਹੈ ਜਾਂ ਇੱਕ ਸਾਧਾਰਨ ਉਹਦਾ ਗਦੂਦ ਦਾ ਸਾਈਜ਼ ਜਿਹੜਾ ਹੈ ਉਮਰ ਦੇ ਹਿਸਾਬ ਨਾਲ ਵੱਧ ਗਿਆ ਹੈ। ਜੀ ਜੀ। ਇਹਦੇ ਵਿੱਚ ਇੱਕ ਹੋਰ ਟੈਸਟ ਹੁੰਦਾ ਹੈ ਜਿਹਨੂੰ ਅਸੀਂ ਬਲੱਡ ਟੈਸਟ ਹੈ, ਜਿਹਨੂੰ ਅਸੀਂ PSA ਪ੍ਰੋਸਟੇਟ ਸਪੈਸੀਫਿਕ ਐਂਟੀਜਨ ਟੈਸਟ ਕਹਿੰਦੇ ਆ। ਅੱਜਕੱਲ ਤੁਸੀਂ ਦੇਖੋ ਹੈਲਥ ਚੈੱਕਅਪ ਦੇ ਵਿੱਚ ਵੀ ਇਹ ਕਰ ਰਹੇ ਆ। ਇਹਦੇ ਨਾਲ ਵੀ ਅਸੀਂ ਕਈ अर्ਲੀ ਸਟੇਜ ਦੇ ਵਿੱਚ ਕੈਂਸਰ ਦੇ ਪੇਸ਼ੈਂਟਸ ਫੜ ਲਏ ਹੈ। ਜੀ, ਮਤਲਬ ਜਿੰਨੀ ਜਲਦੀ ਅਸੀਂ ਇਸ ਨੂੰ ਫੜ ਸਕਦੇ ਹਾਂ, ਜੇ ਇਹ ਪਕੜ ਦੇ ਵਿੱਚ ਆ ਜਾਵੇ ਤੇ ਇਲਾਜ ਪੂਰੀ ਤਰ੍ਹਾਂ ਸੰਭਵ ਹੈ। ਹੁਣ ਅੱਜ ਦੇ ਸਮੇਂ ਦੇ ਵਿੱਚ ਘਬਰਾਉਣ ਦੀ ਹੁਣ ਜ਼ਰੂਰਤ ਨਹੀਂ ਹੈ। ਤੇ ਡਾਕਟਰ ਅਰਚਨਾ, ਤੁਹਾਡੀ ਹਰ ਗੱਲ ਤੋਂ ਕੋਈ ਨਾ ਕੋਈ ਸੰਦੇਸ਼ ਮਿਲ ਰਿਹਾ, ਲੋਕ ਬਹੁਤ ਕੁਝ ਸਮਝ ਰਹੇ ਨੇ ਤੇ ਹੁਣ ਸਮਾਂ ਹੁਣ ਸਾਡੇ ਕੋਲ ਥੋੜਾ ਹੈ ਤੇ ਦਰਸ਼ਕਾਂ ਨੂੰ ਕੋਈ ਨਾ ਕੋਈ ਸੰਦੇਸ਼, ਕੋਈ ਨਾ ਕੋਈ ਮੈਸੇਜ ਐਸਾ ਜ਼ਰੂਰ ਦਿਓ ਕਿ ਉਹਨਾਂ ਨੂੰ ਇਹ ਸਮਝ ਆਏ ਕਿ ਅੱਜ ਦੇ ਸਮੇਂ ਦੇ ਵਿੱਚ ਕੈਂਸਰ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਹੁਣ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਅਸੀਂ ਇਲਾਜ ਪੂਰੀ ਤਰ੍ਹਾਂ ਸੰਭਵ ਕਰ ਸਕਦੇ ਹਾਂ। ਮੇਰਾ ਮੈਸੇਜ ਇਹੀ ਰਹੇਗਾ ਕਿ ਜਿਹੜੇ ਵੀ ਦਰਸ਼ਕ ਇਹ ਪ੍ਰੋਗਰਾਮ ਨੂੰ ਦੇਖ ਰਹੇ ਹੈ, ਉਹਨਾਂ ਨੇ ਜੋ ਕੁਝ ਵੀ ਜਾਣਕਾਰੀ ਇਕੱਠੀ ਕੀਤੀ ਹੈ ਉਹਨੂੰ ਅੱਗੇ ਸਪਰੈਡ ਕਰਨ। ਇਹੀ ਇੱਕ ਮੇਨ ਮੈਸੇਜ ਹੈ ਕਿ ਸਪੈਸ਼ਲੀ ਲੇਡੀਜ਼ ਨੂੰ ਜੇ ਕੋਈ ਗਿਲਟੀ ਮਹਿਸੂਸ ਹੁੰਦੀ ਹੈ, ਜੇ ਉਹਨਾਂ ਨੂੰ ਪੀਰੀਅਡਸ ਦੇ ਵਿੱਚ ਕੋਈ ਐਬਨੋਰਮਲ ਬਲੀਡਿੰਗ ਲੱਗ ਰਹੀ ਹੈ, ਉਹ ਪਲੀਜ਼ ਨੇੜੇ ਤੇੜੇ ਤੇ ਕੈਮਿਸਟ ਕੋਲੋਂ ਜਸਟ ਦਵਾਈ ਲੈ ਕੇ ਇਹਨੂੰ ਨਾ ਟਾਈਮ ਪਾਸ ਕਰਨ, ਸਾਡੇ ਕੋਲ ਆਉਣ, ਆਪਣੇ ਘਰ ਦੇ ਫੈਮਿਲੀ ਮੈਂਬਰਸ ਨੂੰ ਜਲਦੀ ਦੱਸਣ ਆਪਣੀ ਪ੍ਰੋਬਲਮ ਬਾਰੇ, ਤਾਂ ਕਿ ਸਾਡੇ ਕੋਲ ਜਲਦੀ ਪਹੁੰਚਣ, ਅਸੀਂ ਪਹਿਲੀ ਦੂਜੀ ਸਟੇਜ ਦੇ ਵਿੱਚ ਉਹਨਾਂ ਨੂੰ ਟਰੀਟ ਕਰ ਸਕੀਏ। ਜੇ ਜੈਂਟਸ ਦੀ ਗੱਲ ਕਰੀਏ ਤੇ ਜਿਹੜੇ ਵੀ ਦਰਸ਼ਕ ਇਹ ਪ੍ਰੋਗਰਾਮ ਦੇਖ ਰਹੇ ਨੇ, ਉਹਨਾਂ ਨੂੰ ਮੈਂ ਕਹਾਂਗੀ ਆਪਣੀ ਜਿਹੜੀ ਹੈਬਿਟਸ ਨੇ ਉਹਨੂੰ ਸੁਧਾਰੋ। ਐਟਲੀਸਟ ਜੇ ਕੋਈ ਤੰਬਾਕੂ ਖਾਂਦਾ ਹੈ, ਡਰਿੰਕਿੰਗ ਜ਼ਿਆਦਾ ਕਰਦਾ ਹੈ, ਸਮੋਕਿੰਗ ਜ਼ਿਆਦਾ ਕਰਦਾ ਹੈ, ਥੋੜਾ ਐਫਰਟ ਕਰੋ। ਫੈਮਿਲੀ ਦੇ ਸਹਾਰੇ ਦੇ ਨਾਲ ਤੁਸੀਂ ਇਹਨੂੰ ਛੱਡ ਸਕਦੇ ਹੋ। ਇਨਸਾਨ ਹੀ ਇਦਾਂ ਦਾ ਜੀਵ ਹੈ ਜਿਹੜਾ ਕਿ ਪੈਸੇ ਦੇ ਕੇ ਇਦਾਂ ਦੀ ਚੀਜ਼ ਖਰੀਦਦਾ ਹੈ ਤੇ ਜਿਹੜੀ ਉਹਦੀ ਸਿਹਤ ਨੂੰ ਅੱਛੀ ਨਹੀਂ ਹੈ ਉਹਨੂੰ ਵਰਤਦਾ ਹੈ। ਤੇ ਤੁਸੀਂ ਇਸ ਚੀਜ਼ ਤੋਂ ਬਚੋ। ਲਰਨ ਟੂ ਸੇ ਨੋ, ਨੋ ਕਹਿਣਾ ਸਿੱਖੋ, ਇਹਨਾਂ ਆਦਤਾਂ 'ਚ ਨਾ ਪਾਓ। ਆਪਣੇ ਜਿਹੜੇ ਤੌਰ ਤਰੀਕੇ ਨੇ, ਇੱਕ ਲਾਈਫ ਸਟਾਈਲ ਹੈ, ਉਹਨੂੰ ਚੇਂਜ ਕਰੋ। ਹੈਲਦੀ ਲਾਈਫ ਸਟਾਈਲ ਅਪਣਾਓ, ਆਪੇ ਹੀ ਤੁਸੀਂ ਦੇਖੋਗੇ ਤੁਹਾਡੇ ਬ੍ਰੇਨ ਤੋਂ ਲੈ ਕੇ ਬਾਡੀ ਦੇ ਵਿੱਚ ਬਹੁਤ ਚੇਂਜਸ ਆਉਣਗੇ ਤੇ ਅੱਛੇ ਚੇਂਜਸ ਆਉਣਗੇ। ਜੀ, ਤੇ ਡਾਕਟਰ ਸਾਹਿਬ ਜਾਂਦੇ ਜਾਂਦੇ ਇੱਕ ਗੱਲ ਹੋਰ ਕਿ ਜੇ ਕਿਸੇ ਨੂੰ ਇਹ ਸਮੱਸਿਆ ਆਉਂਦੀ ਹੈ, ਕੈਂਸਰ ਦੀ ਸਮੱਸਿਆ ਨਾਲ ਕੋਈ ਜੂਝਦਾ ਹੈ, ਤੇ ਪੋਜ਼ਿਟਿਵ ਐਟੀਟਿਊਡ ਵੀ ਬਹੁਤ ਜ਼ਰੂਰੀ ਹੈ। ਬਿਲਕੁਲ ਜ਼ਰੂਰੀ ਹੈ। ਸਾਡੇ ਜਿੰਨੇ ਵੀ ਪੇਸ਼ੈਂਟਸ ਆਉਂਦੇ ਆ ਟ੍ਰੀਟਮੈਂਟ ਵਾਸਤੇ, ਉਹਨਾਂ ਸਾਰਿਆਂ ਨੂੰ ਅਸੀਂ ਕਹਿੰਦੇ ਆ ਕਿ ਤੁਸੀਂ ਜਿਹੜੇ ਨਵੇਂ ਪੇਸ਼ੈਂਟਸ ਨੇ ਉਹਨਾਂ ਨੂੰ ਮੋਟੀਵੇਟ ਕਰੋ, YouTube ਤੇ ਪਾਓ, ਆਪਣੇ ਚੈਨਲ ਤੇ ਪਾਓ, ਮੀਡੀਆ ਦੇ ਵਿੱਚ ਪਾਓ, ਤਾਂ ਕਿ ਬਾਕੀ ਪੇਸ਼ੈਂਟਸ ਜਿਹੜੇ ਨੇ ਉਹ ਮੋਟੀਵੇਟ ਹੋਣ। ਡਾਕਟਰ ਸਾਹਿਬ, ਤੁਸੀਂ ਸਟੂਡੀਓ ਦੇ ਵਿੱਚ ਆਏ, ਵਰਲਡ ਕੈਂਸਰ ਡੇ ਤੇ ਦਰਸ਼ਕਾਂ ਨੂੰ ਕੈਂਸਰ ਪ੍ਰਤੀ ਜਾਗਰੂਕਤਾ ਬਾਰੇ ਬਹੁਤ ਕੁਝ ਤੁਸੀਂ ਦੱਸਿਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ। ਡੰਡ ਬੈਠਕਾ ਮਾਰੋ ਕੁੜੀਓ ਆਪਣਾ ਰੂਪ ਸ਼ਿੰਗਾਰੋ। ਮੁੰਡਿਓ ਡੰਡ ਬੈਠਕਾ ਮਾਰੋ ਕੁੜੀਓ ਆਪਣਾ ਰੂਪ ਸ਼ਿੰਗਾਰੋ। ਸਿਰ ਤੋਂ ਸੁਸਤੀ ਪਰਾਂ ਉਤਾਰੋ, ਤੁਹਾਨੂੰ ਕੀ ਮਜਬੂਰੀ ਏ, ਭਲ ਕੀ ਮਜਬੂਰੀ ਏ। ਬਾਕੀ ਦੇ ਕੰਮ ਬਾਅਦ ਚ ਪਹਿਲਾਂ, ਓਏ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਏ। ਓ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਹੈਲਥ ਜ਼ਰੂਰੀ ਏ। ਸੋਹਣੇ ਲੱਗਦੇ ਕੁੰਦੇ ਹੋਏ ਸ਼ਰੀਰ ਜਵਾਨਾਂ ਦੇ, ਸੋਹਣੇ ਲੱਗਦੇ ਕੁੰਦੇ ਹੋਏ ਸ਼ਰੀਰ ਜਵਾਨਾਂ ਦੇ। ਜਿਹੜੇ ਪਾਸੇ ਲੰਗੋ ਚਰਚੇ ਹੋਣ ਤੂਫਾਨਾਂ ਦੇ, ਉਹ ਪੋਤੇ ਵਾਂਗੂ ਬੁੱਲ ਲਮਕਦੇ ਡਰਦੇ ਖਾ ਖਾ ਕੇ। ਚਿਲਮਾ ਵਰਗੀ ਕਰ ਲਈ ਬੂਥੀ ਸੂਟੇ ਲਾ ਲਾ ਕੇ। ਆਖਰ ਨੂੰ ਕਮਿਆਉਣੀ ਜਿਹੜੀ ਖਾਦੀ ਚੂਰੀ ਏ, ਉਹ ਖਾਦੀ ਚੂਰੀ ਏ। ਬਾਕੀ ਦੇ ਕੰਮ ਬਾਅਦ ਚ ਪਹਿਲਾਂ, ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਏ।